ਜ਼ਿੰਦਾਬਾਦ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੀ ਕਿ ਮੇਜਰ ਸਿੰਘ ਚੱਕ ਸਾਬੂ ਵੱਲੋਂ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ। ਜਿੱਦਾਂ ਸਾਰੇ ਤੁਸੀਂ ਜਾਣਦੇ ਆ ਇਸ 1 ਜਨਵਰੀ ਤੋਂ ਕਾਨੂੰਨ ਆਲਰੇਡੀ ਲੱਗ ਚੁੱਕਾ ਆ। ਜਿਹੜੇ ਸਿਟੀਜ਼ਨ ਤੇ ਪੀਆਰ ਨਹੀਂ ਹੈਗੇ ਉਹ ਇਸ ਮੁਲਕ ਦੇ ਵਿੱਚ ਪ੍ਰੋਪਰਟੀਆਂ ਨਹੀਂ ਖਰੀਦ ਸਕਦੇ। ਅੱਜ ਮੇਰੇ ਸਟੂਡੀਓ ਦੇ ਵਿੱਚ ਸਰਦਾਰ ਵਿਲੀਅਮਜੀਤ ਸਿੰਘ ਬਸਰਾ ਜਿਹੜੇ 8 ਸਾਲਾਂ ਤੋਂ ਰੀਅਲ ਸਟੇਟ ਦੀ ਇੰਡਸਟਰੀ ਦੇ ਵਿੱਚ ਇਸ ਕਿੱਤੇ ਨਾਲ ਵਾਬਤਾ ਆ ਤੇ ਆਜੋ ਪਹਿਲਾਂ ਉਹਨਾਂ ਦੀ ਨਜ਼ਰ ਦੇ ਥਰੂ ਇਸ ਬਾਰੇ ਪਹੁੰਚਾਣ ਕਰਦੇ ਹਾਂ ਤੇ ਆਜੋ ਪਹਿਲਾਂ ਉਹਨਾਂ ਦਾ ਵੈਲਕਮ ਕਰੀਏ। ਬਸਰਾ ਸਾਹਿਬ ਤੁਹਾਡਾ ਸਟੂਡੀਓ 'ਚ ਜਿੰਦਾਬਾਦ ਤੁਹਾਡਾ ਸਵਾਗਤ ਹੈ। ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੇਜਰ ਬਾਈ ਜੀ ਐਂਡ ਜਿੰਦਾਬਾਦ ਟੀਵੀ ਦੇ ਸਾਰੀ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਮੈਂ ਆਪਣੇ ਵੱਲੋਂ ਬਹੁਤ ਸਤਿਕਾਰ ਦੇ ਨਾਲ ਜੀ ਆਇਆਂ ਆਖਦਾ ਹੋਇਆ ਤੁਹਾਡਾ ਸਵਾਗਤ ਕਰਦਾ ਜੀ। ਮੇਜਰ ਭਾਜੀ ਤੁਸੀਂ ਜਿੱਦਾਂ ਅਨਾਉਂਸ ਕੀਤਾ ਹੀ ਆ, ਅਸਲ ਦੇ ਵਿੱਚ ਇਹ ਮੈਂ ਤੁਹਾਡੇ ਨਾਲ ਆਫ ਦਾ ਏਅਰ ਤਾਂ ਡਿਸਕਸ ਕੀਤਾ ਸੀਗਾ ਕਿ ਕਈ ਵਾਰੀ ਆਪਾਂ ਜਦੋਂ ਇਸ ਧਰਤੀ ਦੇ ਉੱਤੇ ਬੈਠੇ ਹੁੰਦੇ ਆ, ਕੈਨੇਡਾ ਦੀ ਧਰਤੀ ਤੇ ਨਾਰਥ ਅਮਰੀਕਾ ਦੀ ਧਰਤੀ ਤੇ, ਤਾਂ ਸਾਡੇ ਨਾਲੋਂ ਵੱਧ ਨੌਲੇਜ ਕਈ ਵਾਰੀ ਜਿਹੜੇ ਇੰਡੀਆ ਭਾਰਤ ਬੈਠੇ ਆ ਨਾ ਉਹਨਾਂ ਨੂੰ ਵੱਧ ਨੌਲੇਜ ਹੁੰਦੀ ਆ। ਤਾਂ ਉਹ ਹੁਣ ਚਾਹੇ ਉਹ ਦੋਸਤ ਆ, ਚਾਹੇ ਉਹ ਵਿਦਿਆਰਥੀ ਨੇ, ਤੇ ਚਾਹੇ ਉਹ ਆਪਣਾ ਸਾਡਾ ਇੱਕ ਸਰਕਲ ਆਪਣਾ ਇੰਟੈਲੈਕਚੁਅਲ ਦਾ, ਉਹ WhatsApp ਤੇ ਜਾਂ Facebook ਤੇ ਰਾਹੀਂ ਬਹੁਤ ਕੁਐਸਚਨ ਪੁੱਛਦੇ ਆ ਕਿ ਵਿਲੀਅਮ ਵੀ ਆਹ 2-3 ਨਵੇਂ ਰੂਲ ਆਏ ਹੈਗੇ ਨੇ ਕੈਨੇਡਾ ਦੇ ਵਿੱਚ ਰੀਅਲ ਸਟੇਟ ਨੂੰ ਲੈ ਕੇ, ਵੀ ਉਹ ਕਲੀਅਰ ਨਹੀਂ ਹੋ ਰਹੇ। ਇਹ ਗੱਲ ਮੈਂ ਸ਼ੁਰੂਆਤ ਦੇ ਵਿੱਚ ਇਸ ਕਰਕੇ ਕਰਦਾ ਕਿ ਕਈ ਵਾਰੀ ਕੀ ਹੁੰਦਾ, ਜਿਹੜਾ ਸਾਡਾ ਮੇਨ ਮੀਡੀਆ ਸਟਰੀਮ ਹੈਗਾ ਆਪਣਾ ਗੋਰੇ ਭਾਈਚਾਰੇ ਦਾ ਹੈਗਾ ਵਾ, ਉਹਨੂੰ ਉੱਥੇ ਫੋਲੋ ਨਹੀਂ ਕੀਤਾ ਜਾਂਦਾ। ਤਾਂ ਕਈ ਗੱਲਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਵਿੱਚ ਵਿਚਾਲੇ ਜੇ ਰਹਿ ਜਾਂਦੀਆਂ ਨੇ, ਜਿਹੜੀਆਂ ਕਲੀਅਰ ਨਹੀਂ ਹੁੰਦੀਆਂ। ਤਾਂ ਮੈਂ ਇਸ ਕਰਕੇ ਮੈਨੂੰ ਇਦਾਂ ਲੱਗਿਆ, ਮੈਂ ਤੁਹਾਨੂੰ ਅੱਜ ਸਵੇਰੇ ਕਾਲ ਕਰਕੇ ਕਿਹਾ ਕਿ ਭਾਜੀ ਵੀ ਆਪਾਂ ਜੋ ਟੌਪਿਕ ਡਿਸਾਈਡ ਕੀਤਾ ਹੋਇਆ ਸੀ ਵੀ ਉਹਨੂੰ ਆਪਾਂ ਫੇਰ ਕਰਾਂਗੇ, ਵੀ ਇਹ ਬੜਾ ਜ਼ਰੂਰੀ ਹੈਗਾ ਵਾ, ਕਿਉਂਕਿ ਕਈ ਵਾਰੀ ਨਾ ਲਿਟਲ ਨੌਲੇਜ ਜਿਹੜੀ ਹੁੰਦੀ ਉਹ ਡੇਂਜਰਸ ਥਿੰਗ ਹੁੰਦੀ ਹੈ। ਜੇ ਬੰਦੇ ਨੂੰ ਘੱਟ ਜਾਣਕਾਰੀ ਹੋਵੇ ਉਹ ਕਲੀਅਰ ਨਹੀਂ ਹੁੰਦੀ ਇਹਦੇ ਨਾਲੋਂ। ਮੈਂ ਨਾ ਇੱਕ ਮਿੰਟ ਤੁਹਾਨੂੰ ਇੱਥੇ ਰੋਕਦਾ ਵੀ ਆ, ਮੈਨੂੰ ਵੀ ਬੜੇ ਆਪਣੇ ਜਿੰਦਾਬਾਦ ਟੀਵੀ ਦੇ ਜਿਹੜੇ ਦਰਸ਼ਕ ਆ ਬਸਰਾ ਸਾਹਿਬ, ਮੈਨੂੰ ਵੀ ਬੜੀਆਂ ਕਾਲਾਂ ਆਉਂਦੀਆਂ ਵੀ ਕਹਿੰਦੇ ਹਾਲਾਤ ਬੜੇ ਭੈੜੇ ਹੋ ਚੁੱਕੇ ਆ, ਵੀ ਹਾਲਾਤ ਇੱਕ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਰਿਹਾ, ਵੀ ਕਿਸੇ ਨਾ ਕਿਸੇ ਵੀ ਤੁਸੀਂ ਇੰਨੀਆਂ ਹੋਰ ਗੱਲਾਂ ਬਾਤਾਂ ਕਰਦੇ ਆ ਟੀਵੀਆਂ ਤੇ ਬਹਿ ਕੇ, ਵੀ ਤਾਂ ਹੀ ਆਪ ਜੀ ਦਾ ਅੱਜ ਮੈਂ ਆਪ ਜੀ ਨੂੰ ਕਾਲ ਕੀਤੀ ਹੈ। ਮੈਂ ਕਿਹਾ ਵੀ ਇਸ ਟੌਪਿਕ ਦੇ ਉੱਤੇ ਜਿੰਦਾਬਾਦ ਦੇ ਦਰਸ਼ਕਾਂ ਨੂੰ ਥੋੜੀ ਅਵੇਅਰਨੈਸ ਦਈਏ ਵੀ ਕਿਹੜਾ ਲੈ ਸਕਦਾ ਕਿਹੜਾ ਨਹੀਂ ਸਕਦਾ, ਕੀ ਕਾਨੂੰਨ ਚੱਲਿਆ ਕੀ ਲੱਗਾ, ਉਹਦੇ ਪਨਸ਼ੋਨ ਅੱਜ ਪੂਰਾ ਕਹਿੰਦੇ ਹੁੰਦੇ ਬਈ ਐਨ ਪਾਣੀ ਦਾ ਪੂਰਾ ਲੇਖਾ ਜੋਖਾ ਕਰਦੇ ਆ। ਬਿਲਕੁਲ ਮੇਜਰ ਬਾਈ ਜੀ, ਦੇਖੋ ਮੇਰੀ ਕੋਸ਼ਿਸ਼ ਇਹੀ ਹੋਊਗੀ ਕਿ ਮੈਂ ਆਪਣੀ ਬਿਲਕੁਲ ਲੇਮੈਨ ਦੀ ਭਾਸ਼ਾ ਦੇ ਵਿੱਚ ਇੱਕ ਸਿੱਧੀ ਸਾਦੀ ਪੰਜਾਬੀ ਦੇ ਵਿੱਚ ਸਰੋਤਿਆਂ ਦੀ ਦਰਸ਼ਕਾਂ ਦੇ ਲੈਵਲ ਤੇ ਜਾ ਕੇ, ਕਿਉਂਕਿ ਕਈ ਵਾਰੀ ਨਾ ਜੇ ਹੁਣ ਤੁਸੀਂ ਰੀਅਲਟਰ ਹੁੰਦੇ ਤਾਂ ਮੈਂ ਤੁਹਾਨੂੰ ਰੀਅਲ ਸਟੇਟ ਵਾਲੀ ਭਾਸ਼ਾ 'ਚ ਗੱਲ ਕਰੂੰਗਾ, ਉਹ ਆਮ ਲੋਕਾਂ ਉਹ ਸਮਝ ਨਹੀਂ ਲੱਗਣੀ, ਉੱਪਰ ਦੀ ਲੰਘ ਜਾਣੀ ਆ। ਸੋ ਇੱਕ ਉਹੀ ਆ ਵੀ ਮੇਰੇ ਅੰਦਰ ਇੱਕ ਅਧਿਆਪਕ, ਇੱਕ ਟੀਚਿੰਗ ਜਿਹੜਾ ਪ੍ਰੋਫੈਸ਼ਨ ਆ ਉਹ ਕਦੀ ਵੀ ਨਾ ਦਿਲ ਚੋਂ ਨਾ ਦਿਮਾਗ ਚੋਂ ਕਦੀ ਜਾਂਦਾ ਨਹੀਂ। ਸੋ ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜਾ ਉਹ ਨਵਾਂ ਕਾਨੂੰਨ ਲਾਗੂ ਹੋਇਆ ਵੀ ਉਹਨੂੰ ਆਪਾਂ ਸਪਸ਼ਟ ਕਲੀਅਰ ਕਰੀਏ। ਸੋ ਮੇਜਰ ਬਾਈ ਜੀ, ਜਿੱਦਾਂ ਤੁਸੀਂ ਪਹਿਲਾਂ ਇਹ ਜ਼ਿਕਰ ਕਰ ਹੀ ਦਿੱਤਾ ਹੈਗਾ ਵਾ ਵੀ ਅੱਜ ਦੇ ਟਾਈਮ ਦੇ ਵਿੱਚ ਇੱਥੇ ਸਰਵਾਈਵਲ ਬਹੁਤ ਔਖਾ ਹੋ ਗਿਆ, ਬਹੁਤ ਹਾਰਡ ਹੋ ਗਿਆ, ਖਾਸ ਕਰਕੇ ਜਿਹੜੇ ਫਸਟ ਹੋਮ ਬਾਇਰ ਹੈਗੇ ਨੇ। ਪਿਛਲੇ 1.5 ਸਾਲ ਤੋਂ ਜਾਂ ਪਿਛਲੇ ਮੈਂ ਤੁਹਾਨੂੰ ਇਹ ਕਹਾਂ ਕਿ 2022 ਦੇ ਅਕਤੂਬਰ-ਨਵੰਬਰ ਤੋਂ ਬਾਅਦ ਜਿਹੜੀ ਮਾਰਕੀਟ ਇੱਕਦਮ ਮਿਜ਼ਾਈਲ ਦੀ ਤਰ੍ਹਾਂ ਉੱਪਰ ਨੂੰ ਗਈ ਆ। ਲੋਕਾਂ ਨੇ ਉਦੋਂ ਲਾਈਨਾਂ 'ਚ ਲੱਗ ਕੇ ਸਵੇਰੇ 6 ਵਜੇ ਲੱਗ ਕੇ ਰੀਸੇਲ ਘਰਾਂ ਦੇ ਵਿੱਚ ਵੀ ਮਲਟੀਪਲ ਆਫਰਾਂ, ਨਾਟ ਮੈਂ ਨਵੇਂ ਘਰਾਂ ਦੀ ਗੱਲ ਨਹੀਂ ਕਰ ਰਿਹਾ, ਜਿਹੜੇ ਰੀਸੇਲ ਵਾਲੇ ਘਰ ਸੀ ਉਹਦੇ ਵਿੱਚ ਵੀ 50 ਜਣੇ ਬਾਹਰ ਲਾਈਨ 'ਚ ਲੱਗਦੇ ਸੀ, ਟਰਨ ਬਾਈ ਟਰਨ ਆਫਰ ਆਉਂਦੀ ਸੀ, ਤੇ ਉਹ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ। ਬਿਲਕੁਲ। ਤੇ ਇਸ ਤੋਂ ਕੰਟਰੋਲ ਕਰਨ ਦੇ ਲਈ ਇਸ ਜਿਹੜਾ ਪ੍ਰਾਈਸ ਉੱਪਰ ਜਾ ਰਹੀ ਸੀਗੀ, ਜਾਂ ਲੋਕਾਂ ਦੀ ਜਿਹੜੀ ਜੇਬ ਜਿਹੜੀ ਸੀਗੀ, ਜਿਹੜੀ ਵਿੱਥ ਸੀਗੀ, ਉਹ ਆਊਟ ਆਫ ਕੰਟਰੋਲ ਹੋ ਰਹੀ ਸੀ। ਇਸ ਤੇ ਕਾਬੂ ਪਾਉਣ ਦੇ ਲਈ ਜਿਹੜੀ ਆਪਣੀ ਫੈਡਰਲ ਗਵਰਨਮੈਂਟ ਆ, ਟਰੂਡੋ ਪ੍ਰਾਈਮ ਮਿਨਿਸਟਰ ਦੀ ਜਿਹੜੀ ਗਵਰਨਮੈਂਟ ਆ, ਇਹਨਾਂ ਨੇ ਪਿਛਲੇ ਸਾਲ ਹੀ ਜੂਨ ਦੇ ਮਹੀਨੇ 'ਚ ਆਈ ਥਿੰਕ 23 ਜੂਨ 2022 ਨੂੰ ਸ਼ਾਇਦ ਇਹ ਕਾਨੂੰਨ ਜਿਹੜਾ ਪਾਰਲੀਮੈਂਟ ਦੇ ਵਿੱਚ ਪਾਸ ਹੋਇਆ ਸੀ। ਉਹ ਕੀ ਸੀਗਾ ਕਾਨੂੰਨ ਜਿਹੜਾ ਲਾਗੂ 1 ਜਨਵਰੀ ਤੋਂ ਹੋਇਆ 2023 'ਚ, ਲੇਕਿਨ ਇਹਦੇ ਬਾਰੇ ਜਿਹੜਾ ਪਾਰਲੀਮੈਂਟ ਦੇ ਵਿੱਚ ਹੁੰਦਾ ਨਾ, ਜਿੱਦਾਂ ਬਿੱਲ ਪੇਸ਼ ਕਰਨਾ ਫਿਰ ਉਹ ਪਾਸ ਹੋਣਾ ਮੈਜੋਰਟੀ ਦੇ ਨਾਲ, ਸੋ ਉਹ ਪਿਛਲੇ ਸਾਲ 2022 ਜੂਨ ਮਹੀਨੇ 'ਚੋਂ ਪਾਸ ਹੋ ਗਿਆ ਸੀਗਾ। ਤੇ ਉਹਦੇ ਵਿੱਚ ਉਹਨਾਂ ਨੇ ਇੱਕ ਬਹੁਤ ਇੰਪੋਰਟੈਂਟ ਲੈਜਿਸਲੇਸ਼ਨ ਜਿਹੜਾ ਲੈ ਕੇ ਆਉਂਦਾ ਜੀ ਕਾਨੂੰਨ, ਉਹ ਸੀਗਾ ਕਿ ਨਾਨ ਕੈਨੇਡੀਅਨ, ਜਿੱਦਾਂ ਤੁਸੀਂ ਪਹਿਲਾਂ ਦੱਸ ਹੀ ਦਿੱਤਾ ਕਿ ਜਿਹੜੇ ਪਰਿਵਾਰ ਜਾਂ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ PR ਨਹੀਂ ਹੈਗੇ, ਪਰਮਾਨੈਂਟ ਰੈਜ਼ੀਡੈਂਟ ਨਹੀਂ ਹੈਗੇ, ਜਾਂ ਸਿਟੀਜ਼ਨ ਨਹੀਂ ਹੈਗੇ, ਜਿੱਦਾਂ ਤੁਸੀਂ ਸਿਟੀਜ਼ਨ ਹੋ, ਮੈਂ ਸਿਟੀਜ਼ਨ ਆ, ਜਦੋਂ ਆਪਾਂ ਨਵੇਂ ਆਪਾਂ PR ਕਾਰਡ ਲੈਂਦੇ ਆ, ਰਾਈਟ, ਤਾਂ ਉਹਨਾਂ ਤੋਂ ਬਿਨਾਂ ਬਾਕੀ ਸਾਰੇ ਪ੍ਰਾਪਰਟੀ ਲੈ ਸਕਦੇ ਆ, ਬਟ PR ਔਰ ਸਿਟੀਜ਼ਨ ਨਹੀਂ ਲੈ ਸਕਦੇ। ਇਹ ਸਾਰਿਆਂ ਨੂੰ ਪਤਾ, ਪਰ ਇਹਦੇ ਵਿੱਚ ਖਾਸ ਗੱਲ ਕੀ ਆ? ਖਾਸ ਗੱਲ ਇਹ ਹੈਗੀ ਆ, ਇਹਨਾਂ ਨੂੰ ਅਸੀਂ ਨਾਨ ਕੈਨੇਡੀਅਨ ਬੋਲਦੇ ਆ ਮੇਜਰ ਜੀ।
ਖਾਸ ਗੱਲ ਬ੍ਰਦਰ ਇਹ ਹੈਗੀ ਆ ਵੀ ਹਲੇ ਵੀ ਇਹਨਾਂ ਵਿੱਚੋਂ ਕੁਝ ਲੈ ਸਕਦੇ ਬਿਲਕੁਲ। ਮੇਰਾ ਤਾਂ ਆਲਰੇਡੀ ਮੈਂ ਤੁਹਾਨੂੰ ਕਹਿਣਾ ਵੀ ਸੀਗਾ, ਤੁਸੀਂ ਆਲਰੇਡੀ ਗੱਲ ਤੋੜੀ ਆ, ਕੋਈ ਗੱਲ ਨਹੀਂ, ਕੈਰੀ ਔਨ। ਹਾਂਜੀ, ਹੁਣ ਗੱਲ ਇਹ ਹੈਗੀ ਆ ਕਿ ਬੜੀ ਜਦੋਂ ਉਹਨਾਂ ਨੇ ਇਹ ਕਾਨੂੰਨ ਬਣਾਤਾ ਤੇ ਟਾਈਟਲ ਸਾਰੀਆਂ ਅਖਬਾਰਾਂ ਦੇ ਵਿੱਚ ਜਾਂ ਸਾਰੇ ਮੀਡੀਆ 'ਚ ਆ ਗਏ, ਆਪਣੇ ਵੀ ਕਈ ਭਾਈਆਂ ਵੀਰਾਂ ਨੇ ਚੈਨਲਾਂ ਤੇ ਡਿਸਕਸ ਕੀਤਾ, ਬਟ ਇੰਨਾ ਡਿਸਕਸ ਕਰਤਾ ਵੀ ਨਾਨ ਕੈਨੇਡੀਅਨ ਪ੍ਰਾਪਰਟੀ ਨਹੀਂ ਲੈ ਸਕਦੇ। ਲੇਕਿਨ ਮੇਰੀ ਨੌਲੇਜ ਦੇ ਮੁਤਾਬਕ ਕਿਸੇ ਨੇ ਹਲੇ ਤੱਕ ਇਹ ਨਹੀਂ ਆਪਣੇ ਭਾਈਚਾਰੇ ਤੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਇਸ ਕੈਟਾਗਰੀ ਦੇ ਵਿੱਚ ਹਲੇ ਵੀ ਕਈ ਜਣੇ ਐਲੀਜੀਬਲ ਨੇ। ਜਿੱਦਾਂ ਹੁਣ ਮੈਂ ਤੁਹਾਨੂੰ ਆਪਣੇ ਵੱਲੋਂ ਟਰਾਈ ਕਰਦਾ ਕਿ ਵੀ ਮੈਂ ਤੁਹਾਨੂੰ 1 ਬਾਈ 1 ਐਕਸਪਲੇਨ ਕਰਨ ਦੀ ਕਰਾਂ, ਪਰ ਇੰਪੋਰਟੈਂਟ ਗੱਲ ਇਹ ਹੈਗੀ ਆ ਵੀ ਜਿਹੜਾ ਇਹ 2022 ਚ ਕਾਨੂੰਨ ਉਹਨਾਂ ਨੇ ਲੈ ਕੇ ਆਂਦਾ, ਹਾਂਜੀ, 1 ਜਨਵਰੀ 2023 ਨੂੰ ਜਿਹੜਾ ਲਾਗੂ ਹੋਇਆ, ਆਪਣੇ ਹੁਣ ਅਪ੍ਰੈਲ ਦੇ ਵਿੱਚ ਤੁਹਾਨੂੰ ਪਤਾ ਨਾ ਸਾਲਾਨਾ ਬਜਟ ਆਉਂਦਾ ਹੁੰਦਾ, ਇਹ ਉਹਦਾ ਹਿੱਸਾ ਵਾ। ਹਾਂਜੀ, ਯਾਨੀ ਕਿ ਇਹ ਜਿਹੜਾ ਅਪ੍ਰੈਲ ਦੇ ਵਿੱਚ ਪਤਾ ਲੱਗਣਾ, ਜਿੱਦਾਂ ਹੁਣ ਪਰਸੋਂ ਹੀ ਪਤਾ ਲੱਗਿਆ ਵੀ ਆਪਣੇ ਪੀਲ ਰੀਜਨ ਦੇ ਵਿੱਚ ਜਿੱਦਾਂ ਹੁਣ ਬਰੈਂਪਟਨ ਮਿਸੀਸਾਗਾ ਦੇ ਪ੍ਰਾਪਰਟੀ ਟੈਕਸ ਜਿਹੜੇ ਆ 9 to 10% ਇਨਕਰੀਜ਼ ਹੋ ਜਾ ਰਹੇ ਆ, ਇਹ ਸਾਰਾ ਅਪ੍ਰੈਲ ਦਾ ਬਜਟ ਦਾ ਹਿੱਸਾ ਹੁੰਦਾ ਵਾ। ਸੋ ਜਿਹੜਾ ਕਾਨੂੰਨ ਦੀ ਆਪਾਂ ਜੇ ਗੱਲ ਕਰਨ ਲੱਗੇ ਆ ਵੀ ਜਿਹੜੇ ਨਾਨ ਕੈਨੇਡੀਅਨ ਨੂੰ ਬਿਲਕੁਲ ਬੈਨ ਲਗਾ ਦਿੱਤਾ ਗਿਆ, ਹਲੇ ਵੀ ਉਹਦੇ ਵਿੱਚ ਜਿੱਦਾਂ ਪੰਜਾਬੀ ਚ ਆਪਾਂ ਕਹਿ ਦਿੰਦੇ ਆ ਚੋਰ ਮੋਰੀ ਵੀ ਕੁਝ ਨਾ ਕੁਝ ਹਲੇ ਵੀ ਲੈ ਸਕਦੇ ਨੇ। ਸੋ ਮੈਂ ਬਿਲਕੁਲ ਪ੍ਰੋਗਰਾਮ ਦੇ ਐਂਡ ਤੇ ਜਾ ਕੇ ਦੱਸੂਗਾ ਵੀ ਉਹ ਗੱਲ ਆ ਵੀ ਕੰਨ ਚਾਹੇ ਇਧਰੋਂ ਫੜ ਲਓ ਚਾਹੇ ਇਧਰੋਂ ਫੜ ਲਓ, ਵੀ ਐਂਡ ਤੇ ਜਾ ਕੇ ਗਵਰਨਮੈਂਟ ਜਿਹੜੀ ਆ ਨਾ ਕੁਝ ਰਸਤਾ ਛੱਡ ਦਿੰਦੀ ਆ। ਬਿਲਕੁਲ ਸਹੀ, ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਉਹ ਚ ਦੱਸਦਾ ਵੀ ਜਿਹੜਾ ਇਹ ਬੈਨ ਆ ਲਗਾ ਤਾਂ ਦਿੱਤਾ, ਸਿੱਧੇ ਤੌਰ ਤੇ ਕਿਹਨਾਂ ਤੇ ਲੱਗਿਆ, ਹੋਇਆ ਕੀ ਸੀ ਅੱਜ ਤੋਂ 3-4 ਸਾਲ ਪਹਿਲਾਂ ਆਪਾਂ ਆਫ ਦੀ 에ਅਰ ਵੀ ਗੱਲ ਕਰਦੇ ਸੀਗੇ ਕਿ ਬਹੁਤ ਕੰਟਰੀਜ਼, ਮੈਂ ਕੰਟਰੀ ਦਾ ਨਾਂ ਨਹੀਂ ਲਊਂਗਾ, ਬਹੁਤ ਕੰਟਰੀਜ਼ ਦੇ ਜਿਹੜੇ ਨਾਗਰਿਕ ਸੀਗੇ ਉਹ ਕੈਨੇਡਾ ਦੀ ਧਰਤੀ ਤੇ ਆਏ ਬਿਨਾਂ ਹੀ ਕੋਈ ਪ੍ਰਾਪਰਟੀ ਬਿਨਾਂ ਦੇਖੇ ਹੀ ਆਨਲਾਈਨ ਦੇਖ ਲੈਣੀ, ਰੀਅਲਟਰਾਂ ਨੇ ਭੇਜ ਦੇਣੀ, ਜਾਓ ਆਪ ਦੇਖ ਲੈਂਦੇ ਸੀ, ਬਿਨਾਂ ਸੋਚੇ ਸਮਝੇ ਉਹਨਾਂ ਦੇ ਉੱਪਰ ਆਫਰਾਂ ਪਾਈ ਜਾਂਦੇ ਸੀ। ਬਿਲਕੁਲ ਜੀ, ਬਿਲਕੁਲ। ਕਈ ਵਾਰੀ ਆਫਰ ਪ੍ਰਾਪਰਟੀ ਹੋਣੀ ਮਿਲੀਅਨ ਦੀ 1.5 ਮਿਲੀਅਨ ਦੀ ਪਾਤੀ, 1.5 ਮਿਲੀਅਨ ਵਾਲੀ ਪ੍ਰਾਪਰਟੀ 2 ਮਿਲੀਅਨ ਤੇ ਪਾਤੀ, ਤੇ ਉਹ ਕੈਨੇਡਾ ਦੇ ਵਿੱਚ ਨਹੀਂ ਰਹਿੰਦੇ ਸੀ। ਰਹਿੰਦੇ ਕੋਈ, ਜੇ ਆਪਾਂ ਕਹੀਏ ਜਾਂ ਆਪਣੇ ਇੰਡੀਆ ਰਹਿੰਦੇ ਜਾਂ ਕਿਸੇ ਹੋਰ ਮੁਲਕ 'ਚ ਰਹਿੰਦੇ, ਆਪਣੀ ਤਾਂ ਆਪਾਂ ਗੱਲ ਕਰ ਸਕਦੇ ਹਾਂ। ਤਾਂ ਉਹਦੇ ਨਾਲ ਕੀ ਹੋਇਆ ਤੁਸੀਂ ਆਪ ਸੋਚੋ ਮੇਜਰ ਬਾਈ ਜੀ, ਤੁਸੀਂ ਜੇ ਫਸਟ ਹੋਮ ਬਾਇਰ ਹੋ, ਤੁਹਾਨੂੰ 1 ਮਿਲੀਅਨ ਦਾ ਮੌਰਗੇਜ ਤੁਹਾਡੀ ਅਪਰੂਵ ਹੋਈ ਆ, ਔਰ ਤੁਸੀਂ ਕਿਸੇ ਪ੍ਰਾਪਰਟੀ ਦੇ ਉੱਪਰ 1 ਮਿਲੀਅਨ ਦਾ, ਤੁਸੀਂ ਤੁਹਾਡੇ ਵਾਈਫ ਤੁਹਾਡੇ ਬੱਚੇ 1 ਮਿਲੀਅਨ ਦੀ ਪ੍ਰਾਪਰਟੀ ਲੈਣ ਲਈ ਘਰੋਂ ਤੁਰੇ ਹੋ, ਤੇ ਤੁਹਾਨੂੰ ਉੱਥੇ ਜਾ ਕੇ ਪਤਾ ਚੱਲਦਾ ਜੀ ਉਹ ਪ੍ਰਾਪਰਟੀ ਤਾਂ 1.5 ਮਿਲੀਅਨ ਦੇ ਵਿੱਚ ਪਹਿਲਾਂ ਹੀ ਕਿਸੇ ਨੇ ਲੈ ਲਈ, ਜਿਹਨੂੰ ਆਪਾਂ ਕਹਿੰਦੇ ਆ ਮਲਟੀਪਲ ਆਫਰ। ਤੇ ਬਾਅਦ ਦੇ ਵਿੱਚ ਹੋਰ ਵੀ ਹੈਰਾਨੀਜਨਕ ਗੱਲ ਜਿਹੜੀ ਸਾਹਮਣੇ ਬਾਰ-ਬਾਰ ਆ ਰਹੀ ਸੀ, ਖਾਸ ਕਰਕੇ ਆਪਣੇ GTA ਏਰੀਆ ਦੇ ਵਿੱਚ ਤੇ ਵੈਨਕੂਵਰ ਸਾਈਡ ਏਰੀਆ ਦੇ ਵਿੱਚ, ਕਿ ਜਿਨ੍ਹਾਂ ਨੇ ਪ੍ਰਾਪਰਟੀਆਂ ਨੂੰ ਖਰੀਦਿਆ ਉਹ ਕੈਨੇਡਾ 'ਚ ਰਹਿ ਹੀ ਨਹੀਂ ਰਹੇ ਸੀ। ਬਿਲਕੁਲ ਜੀ, ਬਿਲਕੁਲ। ਠੀਕ ਹੈ ਨਾ ਜੀ, ਚਾਹੇ ਤਾਂ ਉਹ ਆਪਣੀ ਬਲੈਕ ਮਨੀ ਨੂੰ ਕਾਲੀ ਜਿਹੜੀ ਉਹਨਾਂ ਦੀ ਧਨ ਦੌਲਤ ਆ ਉਹਨੂੰ ਵਾਈਟ ਸ਼ੋ ਕਰਨ ਦੇ ਲਈ ਇੱਥੇ ਭੇਜ ਰਹੇ ਸੀ, ਠੀਕ ਹੈ ਜੀ, ਚਾਹੇ ਉਹ ਐਜ਼ ਇਨਵੈਸਟਰ ਇੱਥੇ ਭੇਜ ਰਹੇ ਸੀ। ਬਟ ਮੇਜਰ ਬਾਈ ਜੀ ਬਹੁਤ ਵੱਡਾ ਇੱਕ ਇਮੋਸ਼ਨਲ ਜਿਹੜਾ ਇੱਕ ਕ੍ਰਾਈਸਿਸ ਆਉਣਾ ਸਟਾਰਟ ਹੋ ਗਿਆ ਸੀ, ਕਿਉਂਕਿ ਹੁਣ ਦੇਖੋ ਮੈਨੂੰ 8 ਸਾਲ ਹੋ ਗਏ ਰੀਅਲ ਸਟੇਟ ਦੇ ਵਿੱਚ, ਜਦੋਂ ਕਿਸੇ ਪਰਿਵਾਰ ਨੂੰ ਤੁਸੀਂ 25-30 ਪ੍ਰਾਪਰਟੀਆਂ ਤੇ ਆਫਰਾਂ ਲਈ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਪ੍ਰਾਪਰਟੀ ਨਹੀਂ ਮਿਲਦੀ, ਬਹੁਤ ਜ਼ਿਆਦਾ ਡਿਪਰੈਸ਼ਨ ਹੁੰਦਾ ਜੀ, ਬਹੁਤ ਡਿਪਰੈਸ਼ਨ। ਕਿਉਂਕਿ ਦੇਖੋ ਕਿੰਨੀ ਹੱਡ ਭੰਨਵੀਂ ਮਿਹਨਤ ਤੋਂ ਬਾਅਦ ਜਾਂ ਇੰਡੀਆ ਦੀ ਆਪਣੀਆਂ ਪ੍ਰਾਪਰਟੀਆਂ ਵੇਚ ਕੇ ਇੱਥੇ ਉਹ ਆਪਣੀ ਡਾਊਨ ਪੇਮੈਂਟ ਇਕੱਠੀ ਕਰਦੇ ਨੇ, ਤੇ ਜਦੋਂ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਪ੍ਰਾਪਰਟੀ ਉਹਨਾਂ ਨੇ 8 ਲੱਖ ਦੀ 9 ਲੱਖ ਦੀ ਲੈਣੀ ਆ, ਉਹ ਬਿਨਾਂ ਕਿਸੇ ਗੱਲ ਤੋਂ 3-3 ਚਾਹੇ ਮੇਰਾ ਪ੍ਰੋਫੈਸ਼ਨ ਮੇਰੀ ਰੋਟੀ ਰੋਜੀ ਚਾਹੇ ਰੀਅਲ ਸਟੇਟ ਆ, ਬਟ ਇੱਕ ਰੀਅਲਟਰ ਹੋਣ ਤੋਂ ਪਹਿਲਾਂ ਆਪਾਂ ਇਨਸਾਨ ਵੀ ਆ। ਬਿਲਕੁਲ ਸੱਚ, ਇਨਸਾਨੀਅਤ ਵੀ ਆ ਨਾ, ਇਹ ਨਹੀਂ ਨਾ ਹੈ ਵੀ ਤੁਸੀਂ ਸਿਰਫ ਆਪਣਾ ਘਰ ਭਰਨ ਦੇ ਲਈ ਤੇ ਦੂਸਰਿਆਂ ਨੂੰ ਮਿਸਗਾਈਡ ਕਰਕੇ, ਜੋ ਕਿ ਮੈਂ ਅਕਸਰ ਨੋਟ ਕਰਦਾ, ਮੈਂ ਇਹ ਨਹੀਂ ਕਹਿੰਦਾ ਕਿ ਸਾਰੇ, ਬਟ ਬਹੁਤ ਰੀਅਲਟਰ ਜਿਹੜੇ ਆ ਉਹ ਕਿਤੇ ਨਾ ਕਿਤੇ ਮਿਸਗਾਈਡ ਕਰ ਦਿੰਦੇ ਨੇ। ਸੋ ਹਾਂਜੀ ਬਿਲਮ ਜੀ, ਸੌਰੀ ਮੈਂ ਤੁਹਾਨੂੰ ਇੱਥੇ ਰੋਕਦਾ, ਤਾਂ ਹੀ ਫਿਰ ਸਰਕਾਰ ਨੂੰ ਇਹ ਕਾਨੂੰਨ ਲਿਆਉਣ ਦੀ ਲੋੜ ਪਈ ਆ, ਕਿਉਂ ਉਹ ਬੰਦਿਆਂ ਨੂੰ ਜਿੱਦਾਂ ਨਹੀਂ ਕਹਿੰਦੇ ਉਹਨਾਂ ਦੇ ਗਲਾਂ ਦੇ ਵਿੱਚ ਸੰਗਲ ਚੰਗੇ ਮੋਟੇ ਪਾਉਣ ਲਈ ਸਰਕਾਰਾਂ ਨੇ ਆਹ 10 ਤੋਂ 50 ਆਪਣਾ ਕੱਸਿਆ ਤੇ ਟੈਡ ਕੀਤਾ ਵੀ ਸਰਕਾਰਾਂ ਨੇ ਦੱਸਿਆ ਵੀ ਹੁਣ ਅਸੀਂ ਜਾਗ ਗਏ ਆ, ਕਿ ਲੋਕਾਂ ਦਾ ਜਿਹੜਾ ਆਮ ਮਿਡਲ ਕਲਾਸ ਬੰਦੇ ਆ, ਜੇ ਇਨਕਲੂਡ ਮਾਈ ਸੈਲਫ, ਅਸੀਂ ਇੱਕ ਆਮ ਪਰਿਵਾਰਾਂ ਚੋਂ, ਅਸੀਂ ਆਮ ਆਪਣਾ ਕਹਿੰਦੇ ਹੈਂਡ ਟੂ ਮਾਊਥ ਕਹਿ ਲਓ, ਹੈਂਡ ਟੂ ਮਾਊਥ ਆ, ਵੀ ਸਾਡੇ ਲਈ ਬੜਾ ਹਾਰਡ ਹੋ ਜਾਣਾ ਗਾਹਾਂ ਦੇ, ਕਿਉਂ ਅਸੀਂ ਤਾਂ ਚਲੋ ਫੇਰ ਵੀ ਇਸ ਮੁਲਕ 'ਚ ਆਏ ਆ, ਪਰ ਜਿਹੜੇ ਨਵੇਂ ਆ ਰਹੇ ਆ, ਜਿਹੜੇ ਨਵੇਂ ਆਪਣੇ ਪਰਿਵਾਰ ਆ ਰਹੇ ਆ, ਬੱਚੇ ਨਵੇਂ ਆ ਰਹੇ ਆ, ਉਹ ਫਿਰ ਜਦੋਂ ਆ ਕੇ ਉਹਨਾਂ ਲਈ ਕਿੱਦਾਂ 1-2 ਮਿਲੀਅਨ ਦਾ ਕਰੋ ਕਿੱਦਾਂ ਲਾਉਗੇ ਜੀ। ਬਿਲਕੁਲ ਸਹੀ। ਹੁਣ ਉਹ ਗੱਲ ਉਹੀ ਹੈਗੀ ਆ, ਹੁਣ ਜਿਹੜੀ ਗੱਲ ਆਪਾਂ ਦਰਸ਼ਕਾਂ ਤੱਕ ਅੱਜ ਪਹੁੰਚਾਉਣੀ ਚਾਹੁੰਦੇ ਆ ਆਪਣੇ ਪ੍ਰੋਗਰਾਮ ਦੇ ਜ਼ਰੀਏ, ਇਹ ਹੈਗਾ ਵੀ ਬੈਨ ਲਗਾਤਾ। ਬੈਨ ਦਾ ਜਿਹੜਾ ਪਰਪਸ ਵੀ ਸੀਗਾ, ਜਿਹੜੇ ਆਪਣੇ ਹਾਊਸਿੰਗ ਮਿਨਿਸਟਰ ਮਿਸਟਰ ਸ਼ਾਹ ਅਹਿਮਦ, ਹੁਸੈਨ ਅਹਿਮਦ, ਉਹਨਾਂ ਨੇ ਇੱਕ ਲਾਈਨ ਦੇ ਵਿੱਚ ਇਹਦਾ ਕਲੀਅਰ ਕਰਤਾ ਵੀ ਅਸੀਂ ਇਹ ਕਾਨੂੰਨ ਤਾਂ ਲਾਗੂ ਕਰ ਰਹੇ ਹਾਂ ਤਾਂ ਕਿ ਜਿਹੜੀ ਕੈਨੇਡਾ ਦੀ ਹਾਊਸਿੰਗ ਮਾਰਕੀਟ ਆ, ਜਿਹੜੀ ਕੈਨੇਡਾ ਦੀ ਹਾਊਸਿੰਗ ਅਫੋਰਡੇਬਿਲਟੀ ਆ, ਉਹ ਕੈਨੇਡੀਅਨ ਤੱਕ ਰਵੇ। ਗੱਲ ਬੜੀ ਵਧੀਆ ਵਾ ਬਈ, ਕੈਨੇਡੀਅਨ ਬੰਦਾ ਹੀ ਪ੍ਰਾਪਰਟੀ ਦੇ ਵਿੱਚ ਆਪਣਾ ਪੈਰ ਪਾਵੇ, ਵੀ ਉੱਥੇ 7 ਸਮੁੰਦਰੋਂ ਪਾਰ ਬੈਠੇ ਤੇ ਪ੍ਰਾਪਰਟੀਆਂ ਖਰੀਦੀ ਜਾਂਦੇ ਆ, ਚਾਹੇ ਆਪਾਂ ਆਪਣੇ ਕਿੱਲੇ ਵੇਚ ਕੇ ਜਾਂ ਜਿੱਦਾਂ, ਚਾਹੇ ਆਪਣੇ ਦੇਸ਼ ਦੇ ਵੀ ਨਾਗਰਿਕ ਉਹ ਚ ਇਨਵੋਲਵ ਆ, ਦੂਸਰੇ ਮੁਲਕਾਂ ਦੇ ਵੀ ਇਨਵੋਲਵ ਆ। ਬਟ ਹੁਣ ਆਪਾਂ ਜਦੋਂ ਇੱਥੇ ਆ ਗਏ ਆ, ਤੁਸੀਂ ਆਪਣਾ ਸਭ ਕੁਝ ਸਮ ਅਪ ਕਰਕੇ ਇੱਥੇ ਆ ਗਏ, ਮੈਂ ਇੱਥੇ ਆ ਗਿਆ, ਆਪਣੇ ਯਾਰ ਦੋਸਤ ਆ ਗਏ, ਰਹਿਣਾ
ਆਪਾਂ ਇਸ ਖੂਬਸੂਰਤ ਮੁਲਕ ਦੇ ਵਿੱਚ ਬਿਲਕੁਲ ਸੱਚ। ਤੇ ਜੇ ਅਸੀਂ ਉਹਨਾਂ ਨੂੰ ਘਰ ਨਹੀਂ ਦਵਾ ਪਾਵਾਂਗੇ, ਸਾਰੀ ਉਮਰ ਬੇਸਮੈਂਟਾਂ 'ਚ ਕੱਢ ਦਾਂਗੇ ਜਾਂ ਇੱਕ ਅਪਾਰਟਮੈਂਟ 'ਚ ਕੱਢ ਦਾਂਗੇ, ਮੈਂ ਕਿਸੇ ਨੈਗੇਟਿਵ ਸੈਂਸ 'ਚ ਨਹੀਂ ਕਹਿ ਰਿਹਾ, ਹਰੇਕ ਦੇ ਸੁਪਨੇ ਹੁੰਦੇ ਆ ਬਿਲਕੁਲ। ਕਿ ਘਰ ਵੱਡਾ ਹੋਵੇ, ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਹੋਵੇ। ਸੋ ਜਿਹੜੇ ਆਪਣੇ ਹਾਊਸਿੰਗ ਮਿਨਿਸਟਰ ਨੇ ਕਾਨੂੰਨ ਲੈ ਕੇ ਆਉਂਦਾ ਨਾ, ਕਾਨੂੰਨ ਬੜਾ ਵਧੀਆ, ਉਹਨਾਂ ਦਾ ਮਕਸਦ ਇਹੀ ਸੀਗਾ ਕਿ ਘਰ ਜਿਹੜਾ ਵਾ ਹਰੇਕ ਕੈਨੇਡੀਅਨ ਤੱਕ ਪਹੁੰਚ ਜਾਵੇ। ਲੇਕਿਨ ਇੰਟਰਸਟਿੰਗ ਗੱਲ ਕੀ ਹੈਗੀ ਆ ਕਿ ਉਹਨਾਂ ਨੇ ਹਲੇ ਵੀ ਕੁਝ ਕੈਟਾਗਰੀਜ਼ ਨਾਨ ਕੈਨੇਡੀਅਨ ਦੀਆਂ ਓਪਨ ਛੱਡਤੀਆਂ ਵੀ ਜਿਨ੍ਹਾਂ ਨੂੰ ਹਲੇ ਵੀ ਕੈਨੇਡਾ ਦੇ ਵਿੱਚ ਘਰ ਰੈਜ਼ੀਡੈਂਸ਼ੀਅਲ ਪ੍ਰਾਪਰਟੀਆਂ ਲੈਣ ਦਾ ਅਧਿਕਾਰ ਹੈ ਜੇ ਉਹ ਅਫੋਰਡ ਕਰਦੇ ਆ। ਮੈਂ ਦੱਸਦਾ ਹਾਂਜੀ। ਮੈਂ ਨਾ ਇੱਕ ਮਿੰਟ ਫੇਰ ਤੁਹਾਨੂੰ ਰੋਕੂੰਗਾ, ਕਿਉਂ ਰੋਕਣ ਮੈਨੂੰ ਵੀ, ਕਿਉਂ ਜਿੰਦਾਬਾਦ ਦੇ ਦਿਨ ਨੇ ਆਪਣੇ ਦਰਸ਼ਕ ਆ ਇਸ ਚੀਜ਼ ਦੇ ਉੱਤੇ ਹਰੇਕ ਕੋ ਇਹ ਅੱਜ ਅਵੇਅਰਨੈਸ ਦਾ ਆ। ਅੱਜ ਆਪਣੇ ਇਸ ਪ੍ਰੋਗਰਾਮ ਤੋਂ ਬਾਅਦ ਤੁਹਾਨੂੰ ਵੀ ਕੱਲ ਆਉਣੀ ਹੈ ਤੇ ਮੈਨੂੰ ਵੀ ਕੱਲ ਆਉਣੀ ਹੈ, ਕਿਉਂ ਆ ਜਿਹੜਾ ਪ੍ਰੋਗਰਾਮ ਅੱਜ ਚੱਲ ਰਿਹਾ ਨਾ, ਇਹ ਕਿਸੇ ਨੂੰ ਵੀ ਇੱਥੇ ਤੱਕ ਕਿਸੇ ਦਾ ਨੌਲੇਜ ਜਾ ਹੀ ਨਹੀਂ ਰਹੀ ਜਿੱਥੇ ਅੱਜ ਤੁਸੀਂ ਇਸ ਚੀਜ਼ ਦਾ ਕਹਿੰਦੇ ਪੜਦਾ ਚੱਕ ਰਹੇ ਆ ਕਹਿ ਰਹੀ ਹੋ। ਇਹ ਬਿਲਕੁਲ ਸਹੀ ਕਿਹਾ। ਅਸਲ 'ਚ ਹੋਇਆ ਕੀ ਸੀਗਾ ਕਿ ਮੈਂ ਬਹੁਤ ਪ੍ਰੋਗਰਾਮ ਸੁਣੇ ਦੇਖੇ। ਨੈਚੁਰਲੀ ਆਪਾਂ ਗੱਡੀ ਚਲਾਉਂਦੇ, ਆਪਾਂ ਮੀਡੀਆ ਸੁਣਦੇ ਰਹਿੰਦੇ ਆ, ਰਾਈਟ। ਫਿਰ ਮੈਨੂੰ ਇਦਾਂ ਲੱਗਿਆ, ਮੈਂ ਕਿਹਾ ਵੀ ਹਰੇਕ ਪ੍ਰੋਗਰਾਮ 'ਚ ਇਹੀ ਗੱਲ ਡਿਸਕਸ ਹੋਈ ਹੈਗੀ ਆ ਬਈ ਜੀ ਬੈਨ ਲੱਗ ਗਿਆ। ਲੇਕਿਨ ਇਹ ਵੀ ਦੱਸਣਾ ਚਾਹੀਦਾ ਵਾ ਵੀ ਬੈਨ ਲੱਗਣ ਦੇ ਬਾਵਜੂਦ ਵੀ ਹਲੇ ਕੁਝ ਨਾਨ ਕੈਨੇਡੀਅਨ ਲੈ ਸਕਦੇ ਨੇ। ਉਹਦੇ ਵਿੱਚ ਜੇ ਮੈਂ ਸਭ ਤੋਂ ਵੱਡੀ ਗੱਲ ਕਰਾਂ ਆਪਣੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ, ਇੰਟਰਨੈਸ਼ਨਲ ਸਟੂਡੈਂਟ, ਦੇਖੋ ਅਗਰ ਇਸ ਮੁਲਕ ਨੂੰ ਕਾਫੀ ਹੱਦ ਤੱਕ ਹਲੇ ਤੱਕ ਰਿਸੈਸ਼ਨ ਨੂੰ ਅਗਰ ਰੱਖਿਆ ਵਾ ਪਿਛਲੇ ਸਾਲਾਂ 'ਚ ਵੀ, ਇਕਨੋਮੀ ਜੇ ਸਾਡੀ ਬੈਲੈਂਸ ਚੱਲਦੀ ਰਹੀ ਆ, ਰੀਅਲ ਸਟੇਟ ਟਰੱਕਿੰਗ ਤਾਂ ਹੈ ਹੀ ਹੈ, ਰੀਅਲ ਸਟੇਟ ਐਂਡ ਟਰੱਕਿੰਗ ਨੇ ਕੈਨੇਡਾ ਨੂੰ ਹਮੇਸ਼ਾ ਉੱਪਰ ਰੱਖਿਆ। ਲੇਕਿਨ ਕਿਤੇ ਨਾ ਕਿਤੇ ਸਾਡੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਨੇ, ਮੈਂ ਸਿਰਫ ਭਾਰਤੀਆਂ ਦੀ, ਪੰਜਾਬੀ ਲੜਕੇ ਲੜਕੀਆਂ ਦੀ ਗੱਲ ਨਹੀਂ ਕਰ ਰਿਹਾ, ਜਿੱਥੋਂ ਪਾਕਿਸਤਾਨ ਤੋਂ ਵੀ ਆ ਰਹੇ ਨੇ, ਈਰਾਨ ਤੋਂ ਵੀ ਆ ਰਹੇ ਆ, ਹੋਰ ਮੁਲਕਾਂ 'ਚੋਂ ਵੀ ਆ ਰਹੇ ਹੈਗੇ, ਅਫਰੀਕਨ ਕੰਟਰੀਜ਼ ਤੋਂ ਵੀ ਆ ਰਹੇ ਆ। ਇਹਨਾਂ ਨੇ ਇਸ ਕਾਨੂੰਨ ਦੇ ਵਿੱਚ ਇੱਕ ਇਹ ਚੀਜ਼ ਨਾਲ ਐਡ ਕਰ ਦਿੱਤੀ ਕਿ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਪਿਛਲੇ 5 ਸਾਲਾਂ ਦੇ ਵਿੱਚੋਂ ਜਿਹੜੇ ਮੰਨ ਲਓ ਕੈਨੇਡਾ ਰਹਿ ਰਹੇ ਨੇ, ਪਿਛਲੇ 5 ਸਾਲ ਪਹਿਲਾਂ ਆਏ ਨੇ ਤੇ ਉਹਦੇ ਵਿੱਚੋਂ ਆਲਮੋਸਟ 4 ਸਾਲ ਤੋਂ ਜ਼ਿਆਦਾ ਕੈਨੇਡਾ 'ਚ ਹੀ ਰਹੇ ਨੇ, ਉਹਨਾਂ ਨੂੰ ਬੈਨ ਨਹੀਂ ਹੈਗਾ ਉਹਨਾਂ ਉੱਤੇ, ਉਹ ਲੈ ਸਕਦੇ। ਹੁਣ ਆਪਣਾ ਪ੍ਰੋਗਰਾਮ ਵਿਦਿਆਰਥੀ ਦੇਖ ਰਹੇ ਨੇ ਹੁਣ, ਕਿਉਂਕਿ ਮੈਨੂੰ ਕਈ ਵਾਰੀ ਸਟੂਡੈਂਟਸ ਦੀ, ਮੇਰਾ ਸਰਕਲ ਹੈਗਾ, ਉਹਨਾਂ ਦੀ ਕਾਲ ਆਈ ਹੋਵੇ, ਸਰ ਅਸੀਂ ਤਾਂ ਹੋਰ ਲੇਟ ਹੋ ਜਾਾਂਗੇ। ਕਈਆਂ ਨੇ ਬਹੁਤ ਮਿਹਨਤ ਕੀਤੀ ਆ, ਟਰੱਕਿੰਗ 'ਚ ਬਹੁਤ ਪੈਸਾ ਕਮਾਇਆ ਹੈ ਨਾ, ਕਈਆਂ ਨੇ ਚਲੋ ਆਪਣੀਆਂ ਜਿਸ ਸਿਸਟਮ ਦੇ ਵਿੱਚੋਂ ਜੌਬ ਕਰ ਰਹੇ ਨੇ, IT ਫੀਲਡ 'ਚ ਕਰ ਰਹੇ ਨੇ, ਲੇਕਿਨ ਉਹਨਾਂ ਦਾ ਸਟੇਟਸ ਹੈਗਾ ਵਾ ਮੇਜਰ ਭਾਜੀ ਇੰਟਰਨੈਸ਼ਨਲ ਸਟੂਡੈਂਟ। ਉਹ ਕਹਿੰਦੇ ਵੀ ਭਾਜੀ ਅਸੀਂ ਤਾਂ ਫਿਰ ਲੈ ਨਹੀਂ ਪਾਵਾਂਗੇ। ਤਾਂ ਸਰਕਾਰ ਨੇ ਇੱਕ ਚੀਜ਼ ਵਿੱਚ ਓਪਨ ਕਰ ਦਿੱਤੀ ਆ ਕਿ ਪਿਛਲੇ 5 ਸਾਲਾਂ ਦੇ ਦੌਰਾਨ ਜੋ 4 ਸਾਲ ਕੈਨੇਡਾ ਦੀ ਧਰਤੀ ਤੇ ਰਹੇ ਆ ਤੇ ਉਹਨਾਂ ਦਾ ਜਿਹੜਾ ਟੈਕਸ ਫਾਈਲ ਦਾ ਸਿਸਟਮ ਆ ਉਹ ਰੈਗੂਲਰ ਆ, ਹਾਂਜੀ, ਉਹ ਘਰ ਲੈ ਸਕਦੇ ਨੇ। ਲੇਕਿਨ ਉਹਨਾਂ ਤੇ ਇੱਕ ਬੈਂਚਮਾਰਕ ਲਗਾ ਦਿੱਤਾ, ਉਹ 5 ਲੱਖ ਤੋਂ ਉੱਪਰ ਨਹੀਂ ਜਾ ਸਕਦੇ। ਮੈਂ ਚਾਹੁੰਦਾ ਕਿ ਵੀ ਤੁਸੀਂ ਇੱਕ ਲੇਮੈਨ ਦੀ ਤਰ੍ਹਾਂ ਇਸ ਚੀਜ਼ ਨੂੰ ਸਮਝਣ ਦੀ ਟਰਾਈ ਕਰੋ। ਜੇ ਤੁਸੀਂ ਸਮਝ ਗਏ ਤਾਂ ਸਾਡੇ ਸਰੋਤੇ ਵੀ ਸਮਝ ਜਾਣਗੇ। ਚਲੋ ਮੈਂ ਇਹ ਨਹੀਂ ਕਹਿੰਦਾ ਕਿ ਬਰੈਂਪਟਨ ਮਿਸੀਸਾਗਾ ਦੇ ਵਿੱਚ 5 ਲੱਖ 'ਚ ਕੁਝ ਨਹੀਂ ਮਿਲਦਾ। ਜੇ ਸਪੋਜ਼ ਕਰੋ ਅਸੀਂ GTA ਤੋਂ ਬਾਹਰ ਜਾਂਦੇ ਆ, ਅਸੀਂ ਵੈਸਟ ਵਿੰਡਜ਼ਰ ਵੱਲ ਜਾਂਦੇ ਆ, ਲੰਡਨ ਵੱਲ ਜਾਂਦੇ ਆ, ਵੀ ਜੇ ਉੱਥੇ ਕੋਈ ਪ੍ਰਾਪਰਟੀ 5 ਲੱਖ ਤੱਕ ਦੀ ਵਧੀਆ ਮਿਲਦੀ ਆ ਔਰ ਉਹ ਵਿਦਿਆਰਥੀ ਦਾ ਸਟੇਟਸ ਰੱਖਦਾ, PR ਨਹੀਂ ਹੈਗਾ, ਸਿਟੀਜ਼ਨ ਨਹੀਂ ਹੈਗਾ, ਤਾਂ ਮੇਜਰ ਭਾਜੀ ਉਹ ਸਟੂਡੈਂਟ, ਲੜਕਾ ਜਾਂ ਲੜਕੀ ਪ੍ਰਾਪਰਟੀ ਲੈ ਸਕਦੇ ਆ। ਹਾਂਜੀ, ਚਲੋ ਠੀਕ ਹੈ ਨਾ ਜੀ। ਸੋ ਇੱਕ ਤਾਂ ਇਹਨਾਂ ਨੇ ਉਹ ਬੈਨ ਦੇ ਵਿੱਚੋਂ ਇਹਨਾਂ ਨੂੰ ਖਤਮ ਕਰ ਦਿੱਤਾ। ਦੂਸਰਾ ਭਾਜੀ ਤੁਹਾਨੂੰ ਇਹ ਵੀ ਪਤਾ ਹੋਣਾ ਨਾ ਵੀ ਕੈਨੇਡਾ ਦੇ ਵਿੱਚ ਹੁਣ ਅੱਜ ਕੱਲ ਵਰਕਰਸ ਜਿਹੜੇ ਆ, ਜਿਨ੍ਹਾਂ ਨੇ ਅੱਗੇ ਜਾ ਕੇ PR ਲੈਣੀ ਆ ਇਮੀਗ੍ਰੇਸ਼ਨ ਸਿਸਟਮ ਦੇ ਥਰੂ, ਉਹਨਾਂ ਨੂੰ ਵੀ ਇਹਨਾਂ ਨੇ ਐਲੀਜੀਬਲ ਕਰ ਦਿੱਤਾ। ਉਹ ਅੱਛਾ ਜੀ, ਦੇਖੋ ਅੰਤਰਰਾਸ਼ਟਰੀ ਵਿਦਿਆਰਥੀ ਲੈ ਸਕਦੇ ਆ, ਵਰਕਰ। ਹੁਣ ਵਰਕਰ ਕੋਲ ਨਾ ਤਾਂ PR ਆ, ਨਾ ਉਹਨਾਂ ਕੋਲ ਸਿਟੀਜ਼ਨਸ਼ਿਪ ਆ, ਹੈ ਉਹ ਨਾਨ ਕੈਨੇਡੀਅਨ, ਲੇਕਿਨ ਵਰਕਰਸ ਨੂੰ ਉਹਨਾਂ ਨੇ ਇਹ ਕਹਿਤਾ ਕਿ ਪਿਛਲੇ 4 ਸਾਲਾਂ ਦੇ ਦੌਰਾਨ ਅਗਰ ਉਹ 3 ਸਾਲ ਲਗਾਤਾਰ ਇੱਥੇ ਆਪਣਾ ਇਨਕਮ ਟੈਕਸ ਰੈਗੂਲਰ ਵਧੀਆ ਤਰੀਕੇ ਨਾਲ ਭਰ ਰਹੇ ਆ ਤੇ ਉਹਨਾਂ ਦੀ ਜਿਹੜੀ ਉਹ ਡਾਊਨ ਪੇਮੈਂਟ ਤੇ ਮੌਰਗੇਜ ਵਾਲਾ ਕ੍ਰਾਈਟੇਰੀਆ ਅਪਰੂਵ ਹੋ ਜਾਂਦਾ, ਤਾਂ ਉਹ ਵਰਕਰ ਵੀ ਇੱਥੇ ਲੈ ਸਕਦੇ, ਪ੍ਰਾਪਰਟੀ ਲੈ ਸਕਦੇ ਆ। ਪਰ ਗੱਲ ਉਹੀ ਆ ਗਈ ਕਿ ਪ੍ਰੋਗਰਾਮ ਕੀ ਕਹਿ ਰਿਹਾ, ਕਾਨੂੰਨ ਕੀ ਕਹਿ ਰਿਹਾ, ਨਾਨ ਕੈਨੇਡੀਅਨ ਹੈ, ਇਹ ਵੀ ਨਾਨ ਕੈਨੇਡੀਅਨ, ਲੇਕਿਨ ਇਹ ਤਾਂ ਵੀ ਲੈ ਸਕਦਾ ਕਿਉਂਕਿ ਇਹ ਜ਼ਿੰਮੇਵਾਰ ਨਾਗਰਿਕ ਬਣਨਗੇ। ਜੇ ਹੁਣ ਸਪੋਜ਼ ਕਰੋ ਮੈਂ ਤੁਹਾਡੇ ਤੋਂ $1,00,000 ਉਧਾਰਾ ਲਿਆ ਤੇ ਮੈਂ ਤੁਹਾਨੂੰ ਰੈਗੂਲਰ ਮੋੜੀ ਜਾ ਰਿਹਾ, ਤਾਂ ਉਹੀ ਜੋ ਇੱਥੇ ਦਾ ਕ੍ਰੈਡਿਟ ਸਿਸਟਮ ਆ, ਤੁਸੀਂ ਕਹਿਣਾ ਵੀ ਬਸਰਾ ਜੀ ਨੇ ਮੇਰੀਆਂ ਸਾਰੀਆਂ ਪੇਮੈਂਟ ਨਾਲੋਂ ਨਾਲ ਕਰਤੀ, ਤਾਂ ਮੇਰਾ ਇੱਕ ਵਿਸ਼ਵਾਸ ਬਣ ਗਿਆ। ਸੋ ਇਸ ਕਰਕੇ ਫੈਡਰਲ ਗਵਰਨਮੈਂਟ ਨੇ ਕਾਨੂੰਨ ਦੇ ਵਿੱਚ ਉਹਨਾਂ ਨੂੰ ਵੀ ਐਗਜ਼ੈਂਪਸ਼ਨ ਦੇਤੀ। ਇਹਨੂੰ ਐਗਜ਼ੈਂਪਸ਼ਨ ਬੋਲਦੇ ਆ, ਛੋਟ, ਜਿਹਨੂੰ ਆਪਾਂ ਛੋਟ ਕਹਿੰਦੇ ਆ। ਸੋ 4 ਸਾਲਾਂ 'ਚ 3 ਸਾਲ ਜੋ ਵਧੀਆ ਚੱਲੇ ਨੇ ਉਹਨਾਂ ਨੂੰ ਵੀ ਛੋਟ ਆ ਜੀ। ਫਿਰ ਬੜੀ ਇੰਟਰਸਟਿੰਗ ਗੱਲ ਆ ਮੇਜਰ ਭਾਜੀ, ਤੁਹਾਨੂੰ ਪਤਾ ਨਾ ਕਿ ਵੱਖ-ਵੱਖ ਮੁਲਕਾਂ ਦੀ ਇੱਥੇ ਐਮਬੈਸੀਆਂ ਤੇ ਹਾਈ ਕਮਿਸ਼ਨ ਖੁੱਲੇ ਹੁੰਦੇ ਆ। ਜਿੱਦਾਂ ਜਿਹੜੀ ਆਪਣੀ ਕੈਨੇਡਾ ਦੀ ਐਮਬੈਸੀ ਨੂੰ ਅਸੀਂ ਹਾਈ ਕਮਿਸ਼ਨ ਕਹਿੰਦੇ ਆ, ਭਾਰਤ ਵਾਲੀ ਐਮਬੈਸੀ ਨੂੰ ਅਸੀਂ ਹਾਈ ਕਮਿਸ਼ਨ ਬੋਲਦੇ ਆ। ਇਹਦੇ ਤੇ ਆਪਾਂ ਕਦੀ ਫੇਰ ਇੱਕ ਵਧੀਆ ਪ੍ਰੋਗਰਾਮ ਕਰਾਂਗੇ ਵੀ ਹਾਈ ਕਮਿਸ਼ਨ ਕੌਣ ਹੁੰਦੇ ਆ, ਕਮਿਸ਼ਨਰ ਕੌਣ ਹੈਗਾ ਤੇ ਡਿਪਲੋਮੈਟ ਕੌਣ ਹੁੰਦੇ ਆ। ਜਿਹੜਾ ਸਟਾਫ ਉਹਨਾਂ ਐਮਬੈਸੀਜ਼ ਦੇ ਵਿੱਚ ਤੇ ਉਹਨਾਂ ਹਾਈ ਕਮਿਸ਼ਨਸ ਦੇ ਵਿੱਚ ਕੰਮ ਕਰਦਾ,
ਉਹਨਾਂ ਨੂੰ ਵੀ ਛੋਟ ਦਿੱਤੀ ਆ। ਫੋਰ ਐਗਜ਼ਾਮਪਲ ਹੁਣ ਭਾਰਤ ਦੀ ਇੱਥੇ ਟੋਰਾਂਟੋ ਦੇ ਵਿੱਚ ਤੇ ਆਟਵਾ ਦੇ ਵਿੱਚ ਹਾਈ ਕਮਿਸ਼ਨ ਆ, ਹਾਂਜੀ, ਹੈ ਨਾ ਜੀ। ਜਦੋਂ ਆਪਾਂ ਨੂੰ ਕੋਈ ਐਮਰਜੈਂਸੀ ਵੀਜ਼ਾ ਇੰਡੀਆ ਦਾ ਲੈਣ ਜਾਣਾ ਪੈਂਦਾ ਆਪਾਂ ਟੋਰਾਂਟੋ ਜਾਂਦੇ ਆ। ਹਾਂਜੀ। ਤਾਂ ਜਿਹੜਾ ਸਟਾਫ ਇਦਾਂ ਦੇ ਹਾਈ ਕਮਿਸ਼ਨਸ ਦੇ ਵਿੱਚ ਤੇ ਜਾਂ ਇਦਾਂ ਦੀਆਂ ਐਮਬੈਸੀਜ਼ ਦੇ ਵਿੱਚ ਕੰਮ ਕਰਦਾ, ਇਹਨਾਂ ਨੂੰ ਅਸੀਂ ਬੋਲਦੇ ਆ ਡਿਪਲੋਮੈਟਸ, ਜਾਂ ਬੋਲਦੇ ਆ ਜੀ ਕਾਉਂਸਲਰ ਸਟਾਫ। ਕਈ ਵਾਰੀ ਤੁਹਾਨੂੰ ਵੀ ਮੀਡੀਆ ਕਰਮੀ ਦੇ ਤੌਰ ਤੇ ਜਾਣਾ ਪੈਂਦਾ ਉੱਥੇ, ਹੈ ਨਾ ਜੀ, ਕਾਉਂਸਲਰਾਂ ਨੂੰ ਮਿਲਣ। ਤਾਂ ਉਹ ਇੱਥੇ ਪ੍ਰਾਪਰਟੀ ਲੈ ਸਕਦੇ ਨੇ ਭਾਵੇਂ ਉਹ ਇੱਥੋਂ ਦੇ ਪੀਆਰ ਤੇ ਸਿਟੀਜ਼ਨ ਨਹੀਂ ਹੈਗੇ। ਮੰਨ ਲਓ ਕੱਲ ਨੂੰ ਤੁਹਾਡਾ ਰਿਸ਼ਤੇਦਾਰ ਟੋਰਾਂਟੋ ਉਹਦੇ ਚ ਆ ਜਾਂਦਾ ਵਾ, ਤੇ ਉਹ ਇੰਡੀਅਨ ਫੋਰਨ ਸਰਵਿਸ ਦਾ ਮੈਂਬਰ ਆ, ਤੇ ਉਹਨਾਂ ਕੋਲ ਡਾਊਨ ਪੇਮੈਂਟ ਵੀ ਹੈਗੀ ਆ, ਮੌਰਗੇਜ ਅਪਰੂਵਡ ਹੈਗੀ ਆ, ਸੋ ਦੇ ਕੈਨ ਬਾਈ ਪ੍ਰਾਪਰਟੀ ਇਨ ਕੈਨੇਡਾ। ਸੋ ਇਹ ਵੀ ਨਾਨ ਕੈਨੇਡੀਅਨ ਦਾ ਬੈਨ ਤੋਂ ਉਲਟ ਹੋ ਗਿਆ ਨਾ ਜੀ। ਓਕੇ, ਉਸ ਤੋਂ ਬਾਅਦ ਭਾਜੀ ਉਹ ਫੋਰਨ ਨੈਸ਼ਨਲ ਕੌਣ ਹੋ ਗਏ? ਜਿਨ੍ਹਾਂ ਕੋਲ ਇੱਥੇ ਪੀਆਰ ਤੇ ਸਿਟੀਜ਼ਨਸ਼ਿਪ ਨਹੀਂ ਹੈਗੇ, ਜਿਨ੍ਹਾਂ ਕੋਲ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਵਾ। ਹੁਣ ਇਹ ਦਰਸ਼ਕਾਂ ਨੂੰ ਸਮਝਣ ਦੀ ਥੋੜੀ ਜੀ ਅਲੱਗ ਤੋਂ ਜ਼ਰੂਰਤ ਪੈਣੀ ਆ ਕਿ ਇੱਕ ਆਪਾਂ ਆਪਣੇ ਰਿਸ਼ਤੇਦਾਰਾਂ ਨੂੰ, ਭੈਣ ਭਰਾਵਾਂ ਨੂੰ ਕਈ ਵਾਰੀ ਵਿਜ਼ਟਰ ਵੀਜ਼ਾ ਤੇ ਬੁਲਾਉਂਦੇ ਆ। 6 ਮਹੀਨੇ ਦਾ ਵੀਜ਼ਾ ਆਉਂਦਾ, ਚਾਹੇ 10 ਸਾਲ ਦਾ ਲੱਗਦਾ, ਉਹ 5 ਮਹੀਨੇ ਰਹਿ ਕੇ ਚਲੇ ਜਾਂਦੇ ਨੇ। ਲੇਕਿਨ ਅਸੀਂ ਉਹਨਾਂ ਨੂੰ ਟੈਂਪਰੇਰੀ ਰੈਜ਼ੀਡੈਂਟ ਨਹੀਂ ਬੋਲਦੇ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਇੱਕ ਅਲੱਗ ਤੌਰ ਤੇ ਹੁੰਦਾ ਵਾ। ਹੁੰਦੇ ਉਹ ਪੀਆਰ ਨਹੀਂ, ਨਾ ਉਹ ਸਿਟੀਜ਼ਨ ਹੈਗੇ ਨੇ, ਲੇਕਿਨ ਉਹ ਪ੍ਰਾਪਰਟੀ ਇੱਥੇ ਲੈ ਸਕਦੇ ਆ। ਤਾਂ ਕਈ ਵਾਰੀ ਨਾ ਹੁਣ ਮੈਨੂੰ ਇੱਥੇ ਹਾਸਾ ਇਹ ਆਉਂਦਾ ਵਾ ਵੀ ਸਰਕਾਰ ਨੇ ਬੈਨ ਲਗਾ ਤਾਂ ਦਿੱਤਾ, ਬਟ ਆ ਜਿੰਨੀਆਂ ਚੋਰ ਮੋਰੀਆਂ ਹੈਗੀਆਂ ਨੇ, ਇਹਨਾਂ ਨਾਲ ਉਹ ਚੀਜ਼ ਰੁਕਣੀ ਤਾਂ ਹੈ ਨਹੀਂ ਜਿਸ ਲਈ ਉਹ ਕਾਨੂੰਨ ਲੈ ਕੇ ਆਏ। ਠੀਕ ਹੈ ਜੀ। ਉਸ ਤੋਂ ਬਾਅਦ ਬੜੀ ਇੰਟਰਸਟਿੰਗ ਗੱਲ, ਜਿਹੜੀ ਮੈਨੂੰ ਬੜੀ ਇੰਟਰਸਟਿੰਗ ਲੱਗੀ, ਦੇਖੋ ਆਪਾਂ ਜਿਹੜੇ ਘਰਾਂ 'ਚ ਰਹਿੰਦੇ ਆ, 2 ਸਟੋਰੀਆਂ ਹੁੰਦੀਆਂ ਨੇ, ਮੇਨ ਸਟੋਰੀ, ਸੈਕੰਡ ਸਟੋਰੀ, ਅਪਰ ਸਟੋਰੀ। ਅੱਜ ਕੱਲ ਇੱਕ ਨਵਾਂ ਟ੍ਰੈਂਡ ਚੱਲ ਪਿਆ ਜੀ 3 ਸਟੋਰੀ ਵਾਲਾ ਵੀ। ਬਰੈਂਪਟਨ 'ਚ ਵੀ ਜਿਹੜੇ ਟਾਊਨ ਹਾਊਸਿਸ ਆ, ਈਵਨ ਕਈ ਸੈਮੀ ਵੀ ਹੈਗੇ ਆ ਵੀ, ਮੇਨ ਫਲੋਰ, ਸੈਕੰਡ ਫਲੋਰ, ਥਰਡ ਸਟੋਰ। ਉਹਨਾਂ ਨੂੰ ਅਸੀਂ ਬੋਲ ਦਿੰਦੇ ਹੈਗੇ ਆ ਜੀ 3 ਡਵੈਲਿੰਗ ਯੂਨਿਟ। ਮੰਨ ਲਓ ਸਪੋਜ਼ ਕਰੋ ਡਬਲ ਸਟੋਰੀ ਘਰ ਆ, ਥੱਲੜੀ ਬੇਸਮੈਂਟ ਹੋ ਗਈ ਲੀਗਲ, ਉਹ ਵੀ 3 ਡਵੈਲਿੰਗ ਯੂਨਿਟ ਆ। ਤਾਂ ਇਸ ਬੈਨ ਦੇ ਵਿੱਚ ਜਿਹੜੀ ਵੀ ਪ੍ਰਾਪਰਟੀ 3 ਡਵੈਲਿੰਗ ਯੂਨਿਟ ਤੋਂ ਵੱਧ ਹੋਊਗੀ, ਮਤਲਬ 4 ਹੋ ਗਈਆਂ, ਉਹ ਐਨੀਬਾਡੀ ਕੈਨ ਬਾਈ। ਉਹ ਅੱਛਾ ਜੀ। ਇੱਕ ਕਿੰਨੀ ਇੰਟਰਸਟਿੰਗ ਗੱਲ ਹੈ ਕਿ ਜਿਹੜੀ ਪ੍ਰਾਪਰਟੀ 1 ਫਲੋਰ, ਸੈਕੰਡ ਫਲੋਰ, ਥਰਡ ਫਲੋਰ ਹੋਊਗੀ, ਜਾਂ ਉਹਦੀ ਬੇਸਮੈਂਟ ਕਾਊਂਟ ਹੋਊਗੀ, ਕਿੰਨੀਆਂ ਬਣ ਗਈਆਂ? 4। ਦੇ ਕੈਨ ਬਾਈ। ਤਾਂ ਉਹਨੂੰ ਐਗਜ਼ੈਂਪਸ਼ਨ ਤੋਂ ਬਾਹਰ ਰੱਖ ਲਿਆ। ਫਿਰ ਆਪਾਂ ਨੂੰ ਇੱਥੇ ਪਤਾ ਜੀ, ਆਪਾਂ ਬਰੈਂਪਟਨ ਰਹਿੰਦੇ ਆ, ਆਪਾਂ ਕਈ ਵਾਰੀ ਸਮਰ 'ਚ ਕਹਿੰਦੇ ਆ ਜੀ ਚਲੋ ਮਸ਼ਕੋਕਾ ਵੱਲ ਚੱਲੀਏ, ਕਾਟੇਜ ਬੁੱਕ ਕਰਾ ਲਈ, ਘੁੰਮਣ ਫਿਰਨ ਚੱਲ ਜੀਏ। ਉਹਨੂੰ ਅਸੀਂ ਬੋਲਦੇ ਆ ਜੀ ਰੀਕ੍ਰੀਏਸ਼ਨਲ ਪ੍ਰਾਪਰਟੀਜ਼। ਤਾਂ ਇਹ ਵੀ ਮੈਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਾਂ ਵੀ ਰੀਕ੍ਰੀਏਸ਼ਨਲ ਪ੍ਰਾਪਰਟੀਜ਼ ਜਿੱਦਾਂ ਕਾਟੇਜਸ ਹੋ ਗਈਆਂ, ਜਾਂ ਅਸੀਂ ਕੈਬਿਨਸ ਬੋਲਦੇ ਆ, ਜਿੱਦਾਂ ਗੋਰੇ ਲਈ ਫਿਰਦੇ ਹੁੰਦੇ ਆ ਨਾ, ਉਹ ਵੀ ਬਾਏ ਕਰ ਸਕਦੇ ਆ ਇਸ ਕਾਨੂੰਨ ਦੇ ਬਾਵਜੂਦ। ਸੋ ਸਪੋਜ਼ ਕਰੋ ਹੁਣ ਤੁਹਾਡੇ ਪਿੰਡੋਂ ਕੋਈ ਚੰਗਾ ਲਾਣੇਦਾਰ ਸਰਦਾਰ ਆ, ਉਹ ਕਹਿੰਦਾ ਵੀ ਮੈਂ ਭਾਈ ਮਸ਼ਕੋਕਾ ਮੈਨੂੰ ਲੈ ਦਿਓ 2 ਕਾਟੇਜਸ, ਠੀਕ ਆ ਜੀ, ਤੇ ਉਹਦੀ ਮੌਰਗੇਜ ਵਗੈਰਾ ਸਭ ਕੁਝ ਅਪਰੂਵ ਹੋ ਗਿਆ, ਤਾਂ ਉਹਨੂੰ ਕਹਿ ਜਾਓ ਆ ਜਾਓ ਬਾਈ, ਤੇਰੇ ਕੋਲ ਹੀ ਆ ਕੇ ਰਿਹਾ ਕਰਾਂਗੇ। ਠੀਕ ਹੈ ਨਾ। ਸੋ ਮੇਜਰ ਭਾਈ ਜੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਨਾ, ਇਹ ਸਾਡੇ ਦਰਸ਼ਕ, ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕਿਸੇ ਨੂੰ ਮਿਸਗਾਈਡ ਕਰਾਂ ਵੀ ਮੈਨੂੰ ਕਾਲ ਕਰੋ ਤੇ ਆ ਕੇ ਲੈ ਦਿਓ, ਨੋ। ਬਟ ਗੱਲ ਇਹ ਹੈਗੀ ਆ ਵੀ ਜੇ ਹੁਣ ਤੁਸੀਂ ਮਾਰਕੀਟ ਨੂੰ ਰੋਕਣਾ ਹੀ ਸੀ, ਅਗਰ ਤੁਸੀਂ ਪ੍ਰਾਈਸਿਸ ਨੂੰ ਕੰਟਰੋਲ ਕਰਨਾ ਹੀ ਸੀ, ਤਾਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਉਲਟ ਹੋ ਗਿਆ ਕੰਮ। ਦੇਖੋ ਕਿੰਨਾ ਤੁਸੀਂ ਵਿਸਤਾਰ ਨਾਲ, ਮੈਨੂੰ ਲੱਗਦਾ ਅੱਜ ਜਿੰਦਾਬਾਦ ਦੇ ਜਿੰਨੇ ਸਾਡੇ ਦਰਸ਼ਕ ਆ ਨਾ, ਇਹ ਪੂਰਾ ਅੱਜ ਐਨ ਪ੍ਰੋਗਰਾਮ ਜਿਹੜਾ ਆਪਣਾ ਅੱਜ ਲਾਈਵ, ਜਿੰਨੇ ਬਾਪ ਨੂੰ ਲਾਈਵ ਦੇਖ ਰਹੇ ਆਪਣੇ ਦਰਸ਼ਕ, ਅੱਜ ਉਹਨਾਂ ਨੂੰ ਪੂਰਾ, ਉਹਨਾਂ ਨੂੰ ਕਹਿੰਦਾ ਤੁਸੀਂ ਚਾਨਣਾ ਸ਼ੀਸ਼ਾ ਦਿਖਾ ਦਿੱਤਾ। ਓਕੇ, ਮੇਰਾ ਇੱਕ ਕੁਐਸਚਨ ਹੈ, ਜਿਹੜੇ ਇਸ ਕਾਨੂੰਨ ਨੂੰ ਤੋੜਨਗੇ ਮੇਜਰ ਭਾਈ ਜੀ ਬਹੁਤ, ਹਾਂ, ਇਹ ਗੱਲ ਜੇ ਤੁਸੀਂ ਮੈਨੂੰ ਨਾ ਵੀ ਪੁੱਛਦੇ ਨਾ, ਤਾਂ ਇਹ ਗੱਲ ਮੇਰਾ ਫਰਜ਼ ਬਣਦਾ ਸੀ ਮੈਂ ਦੱਸ ਕੇ ਜਾਂਦਾ। ਦੇਖੋ ਗੱਲ ਹੈਗੀ ਕਿ ਆਪਾਂ ਹਿਊਮਨ ਬੀਇੰਗ ਆ, ਮੈਂ ਹੋਸਟ ਹਾਂ, ਮੈਂ ਜੋਸ਼ ਵਿੱਚ ਵੀ ਆ ਤੇ ਹੋਸ਼ ਵਿੱਚ ਵੀ। ਹਾਂਜੀ, ਮੈਨੂੰ ਤੁਸੀਂ ਜੋਸ਼ ਜਿੱਦਣ ਦਾ ਤੁਸੀਂ ਨਾਲ ਜੋੜਿਆ ਨਾ, ਉਹ ਜਿੰਦਾਬਾਦ ਸੁਪਨੇ 'ਚ ਵੀ ਜਿੰਦਾਬਾਦ ਹੀ ਹੁੰਦਾ। ਹੁਣ ਬਹੁਤ ਮੇਰਾ ਵੈਸੇ ਆਮ ਲੱਕੀ ਕਿ ਤੁਸੀਂ ਤੇ ਚੀਮਾ ਭਾ ਨੇ ਮੈਨੂੰ ਨਾਲ ਜੋੜਿਆ। ਆਪਾਂ ਸਾਰੀ ਟੀਮ ਭਾਜੀ। ਤੁਹਾਡਾ ਨਾ ਜਿਹੜਾ ਪ੍ਰਸ਼ਨ ਆ, ਇਹ ਹੋਣਾ ਕੀ ਆ ਕਿ ਦੇਖੋ ਹੁਣ ਜਦੋਂ ਆਪਾਂ ਪ੍ਰੋਗਰਾਮ ਸੁਣਦੇ ਆ, ਐਕਸਾਈਟਮੈਂਟ 'ਚ ਆ ਕੇ ਆਪਾਂ ਇੱਕ ਦੂਜੇ ਨੂੰ ਦੱਸਣ ਲੱਗ ਜਾਂਦੇ ਆ ਬਈ ਇਹ ਤਾਂ ਕਾਨੂੰਨ ਸੌਖਾ ਹੀ ਆ, ਲੈ ਲੈਂਦੇ ਆ। ਤਾਂ ਇਹਦਾ ਮੈਂ ਤੁਹਾਨੂੰ ਉਦਾਂ ਦੱਸ ਦਿੰਦਾ ਵੀ ਉਹਨਾਂ ਨੇ ਇੱਕ ਫਾਈਨ ਰੱਖਿਆ ਹੋਇਆ $10,000 ਵੀ ਇਸ ਐਗਜ਼ੈਂਪਸ਼ਨ ਤੋਂ ਬਿਨਾ। ਮੰਨ ਲਓ ਕਿਸੇ ਅੰਤਰਰਾਸ਼ਟਰੀ ਵਿਦਿਆਰਥੀ ਨੇ ਪ੍ਰਾਪਰਟੀ ਚੱਕ ਲਈ, ਮੈਂ ਤੁਹਾਨੂੰ ਕਿੰਨਾ ਕਹਿ ਕੇ ਹਟਿਆ ਸੀ, 5 ਲੱਖ ਦਾ ਘਰ, ਮੰਨ ਲਓ ਉਹਨੇ ਘਰ ਚੱਕ ਲਿਆ 6 ਲੱਖ ਦਾ, ਉਹ ਪਹਿਲੀ ਗੱਲ ਤਾਂ 1 ਲੱਖ ਉੱਤੇ ਚਲਾ ਗਿਆ ਜੀ। ਇਹਦਾ ਮਤਲਬ ਉਹਨੇ ਕਾਨੂੰਨ ਦੀ ਉਲੰਘਣਾ ਕੀਤੀ ਆ, ਤਾਂ ਉਹਨੂੰ ਇੱਕ ਤਾਂ $10,000 ਦਾ ਸਿੱਧਾ ਹੀ ਫਾਈਨ ਆ ਜੀ, ਜੇ ਉਹ ਫੜਿਆ ਜੇ ਉਹ ਪ੍ਰਾਪਰਟੀ ਉਹਦੀ ਫੜੀ ਜਾਂਦੀ ਹੈ। ਠੀਕ ਆ ਜੀ। ਲੇਕਿਨ ਹੁਣ ਗੱਲ ਆ ਨਾ ਵੀ ਉਹ ਕਈ ਲੋਕੀ 10,000 ਨੂੰ ਕੁਝ ਵੀ ਨਹੀਂ ਸਮਝਦੇ। ਫਿਰ ਉਹ ਪ੍ਰਾਪਰਟੀ ਬਾਇਆ ਅਦਾਲਤ, ਬਾਇਆ ਕੋਰਟ ਮਾਰਕੀਟ 'ਚ ਦੁਬਾਰਾ ਆ ਜੂਗੀ, ਉਹ ਦੇ ਵਿਲ ਸੈਲ। ਮਤਲਬ ਜੇ ਮੰਨ ਲਓ ਤੁਸੀਂ ਵਿਦਿਆਰਥੀ ਹੋ ਔਰ ਤੁਸੀਂ ਹਲੇ ਪੀਆਰ ਤੇ ਉਹ ਨਹੀਂ ਹੋਏ,
ਤਾਂ ਤੁਸੀਂ ਪ੍ਰਾਪਰਟੀ ਚੱਕ ਲਈ 7 ਲੱਖ ਦੀ ਔਰ ਐਲੀਜੀਬਿਲਟੀ ਸੀ ਤੁਹਾਡੀ 5 ਲੱਖ ਦੀ, ਤਾਂ ਇਟ ਮੀਨਸ ਤੁਸੀਂ ਉਲੰਘਣਾ ਕੀਤੀ ਆ, ਤਾਂ ਤੁਹਾਡੇ ਤੇ $10,000 ਦਾ ਫਾਈਨ ਤਾਂ ਲੱਗੂਗਾ। ਜਿਹੜੀ ਤੁਹਾਡੀ ਉਹ ਖਰੀਦੀ ਹੋਈ ਪ੍ਰਾਪਰਟੀ ਆ ਉਹ ਕਚਹਿਰੀਆਂ ਰਾਹੀਂ, ਕੋਰਟ ਰਾਹੀਂ ਦੁਬਾਰਾ ਰੀਸੇਲ ਹੋ ਜੂਗੀ, ਉਹ ਤੁਹਾਡੀ ਨਹੀਂ ਰਹੂਗੀ। ਸੋ ਇਹਦੇ ਨਾਲ ਰੀਅਲਟਰ ਤੇ ਵੀ ਐਕਸ਼ਨ ਹੋਊਗਾ ਵੀ ਜੇ ਰੀਅਲਟਰ ਦਾ ਵੀ ਇਹ ਪਤਾ ਲੱਗ ਗਿਆ ਕਿ ਰੀਅਲਟਰ ਨੇ ਮਿਸਗਾਈਡ ਕੀਤਾ। ਬਿਲਕੁਲ ਸਹੀ ਗੱਲ ਹੈ, ਗਾਈਡਿੰਗ ਬਹੁਤ ਜ਼ਰੂਰੀ ਹੈ। ਜੀ। ਸੋ ਗੱਲ ਇਹੀ ਹੈਗੀ ਆ ਵੀ ਇਹ ਕਾਨੂੰਨ ਬੇਸਿਕਲੀ ਲਿਆਂਦਾ ਤਾਂ ਇਸ ਲਈ ਗਿਆ ਸੀਗਾ ਕਿ ਜਿਹੜੀ ਆਪਣੀ ਅਫੋਰਡੇਬਿਲਟੀ ਆ, ਘਰਾਂ ਦੀ ਜਿਹੜੀ ਸਪਲਾਈ ਆ, ਉਹਦਾ ਬੈਲੈਂਸ ਬਣ ਜਾਵੇ। ਹੋਇਆ ਕੀ ਸੀਗਾ ਕਿ ਬਾਇਰ ਜ਼ਿਆਦਾ ਆ ਗਿਆ, ਸਪਲਾਈ ਘੱਟ ਸੀ, ਲੋਕੀ 50-50 100-100 ਮੈਂ ਇਦਾਂ ਖੁਦ ਬੀਇੰਗ ਰੀਅਲਟਰ ਜਿੱਥੇ 80-80 ਆਫਰਾਂ ਪਈਆਂ ਆਪਣੇ ਕਲਾਇੰਟਸ ਨੂੰ ਲੈ ਕੇ ਜਾਂਦਾ ਰਿਹਾ ਵਾਂ। ਸੋ ਲੇਕਿਨ ਕਿਤੇ ਨਾ ਕਿਤੇ ਇਹ ਕਾਨੂੰਨ ਹਲੇ ਪ੍ਰੋਪਰ ਉਨੀ ਦੇਰ ਤੱਕ ਲਾਗੂ ਨਹੀਂ ਹੋਣਾ ਜਿੰਨੀ ਦੇਰ ਤੱਕ ਚੋਰ ਮੋਰੀਆਂ ਜਿਹੜੀਆਂ ਨੇ ਨਾ ਵੀ ਕੈਨੇਡਾ ਦੇ ਵਿੱਚ ਬਾਏ ਕਰਨ ਵਾਲਾ ਬੰਦ ਨਾ ਕੀਤਾ ਜਾਵੇ। ਦੇਖੋ ਮੈਂ ਰੀਅਲਟਰ ਨੂੰ ਆਪਣੇ ਪ੍ਰੋਗਰਾਮ ਮੈਂ ਐਜ਼ ਅ ਹਿਊਮਨ ਬੀਇੰਗ ਕਰ ਰਿਹਾ, ਗਾਈਡ ਕਰਨ ਲਈ ਕਰ ਰਿਹਾ। ਜੇ ਮੈਂ ਕਹਾਂ ਵੀ ਮੈਂ ਐਜ਼ ਅ ਰੀਅਲਟਰ ਦੱਸਣਾ ਫਿਰ ਤਾਂ ਮੈਂ ਕਹੂੰਗਾ ਵੀ ਚੱਕ ਦੋ ਫੱਟੇ ਆ ਜਾਓ। ਚੱਕਰ ਤਾਂ ਹੈਗੀ ਅੱਗੇ, ਹੁਣ ਤਾਂ ਹੀ ਤਾਂ ਲੋਕਾਂ ਨੇ ਆ ਕੇ 410 ਦੇ ਲਾਗੇ ਧਰਨੇ ਲਾਏ, ਦੇਖੋ ਕਿਦਾਂ ਬੋਰਡ ਲੈ ਕੇ ਖੜੇ ਸੀਗੇ। ਹਾਂ ਉਹ ਵੀ ਇੱਕ ਡਿਫਰੈਂਟ ਚੀਜ਼ ਆ ਭਾਜੀ, ਉਹ ਕਸੂਰ ਕਿਤੇ ਨਾ ਕਿਤੇ ਆਪਣਾ ਹੀ ਆ। ਉਹ ਮੈਨੂੰ ਲੱਗਦਾ ਤੁਸੀਂ ਉਸ ਤੇ ਪ੍ਰੋਗਰਾਮ ਆਲਰੇਡੀ ਕਰ ਵੀ ਚੁੱਕੇ ਹੋ, ਬਟ ਹਮੇਸ਼ਾ ਆਪਣੇ ਆਪ ਦੇ ਥੱਲੇ ਹੀ ਸੋਟਾ ਫੇਰਨਾ ਚਾਹੀਦਾ ਹੁੰਦਾ। ਨਹੀਂ ਅੱਜ ਇੱਕ ਤਾਂ ਪਹਿਲਾਂ ਤਾਂ ਬਸਰਾ ਸਾਹਿਬ ਤੁਸੀਂ ਸਟੂਡੀਓ ਚ ਆਏ ਆ, ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ। ਹਫ਼ਤਾਵਾਰੀ ਪ੍ਰੋਗਰਾਮ ਦੇ ਵਿੱਚ ਤੇ ਏਦਾਂ ਆਪਾਂ ਰਲ ਮਿਲ ਕੇ ਇੱਕ ਅਵੇਅਰਨੈਸ ਦਾ ਪ੍ਰੋਗਰਾਮ ਆਪਾਂ ਕਰਿਆ ਕਰਾਂਗੇ। ਜਿੰਦਾਬਾਦ ਦੇ ਜਿੰਨੇ ਵੀ ਦਰਸ਼ਕ ਆ ਉਹ ਸਾਡੇ ਤੋਂ ਕੁਛ ਨਾ ਕੁਛ ਅਸੀਂ ਤਾਂ ਚਾਹੁੰਦੇ ਆ ਵੀ ਇਹ ਅਵੇਅਰਨੈਸ ਹਰੇਕ ਬੰਦੇ ਨੂੰ ਆਵੇ। ਜਿਸ ਬੰਦੇ ਨੂੰ ਆਪਣੇ ਹੱਕਾਂ ਬਾਰੇ ਆਪਣੇ ਬਾਰੇ ਪਤਾ ਹੀ ਨਹੀਂਗਾ, ਉਹ ਬੰਦਾ ਆਪਣੇ ਆਪ ਨੂੰ ਪੂਰਾ ਪ੍ਰਪੇਅਰ ਕਰਕੇ, ਕਿਉਂ ਤਾਂ ਹੀ ਐਂਡ ਤੇ ਜਾਂਦੇ ਜਾਂਦੇ ਮੈਂ ਆਪ ਜੀ ਨੂੰ ਪੁੱਛਿਆ ਜੀ ਜੇ ਜਿਹੜਾ ਬੰਦਾ ਕੋਈ ਕਾਨੂੰਨ ਤੋੜੂਗਾ ਉੱਤੇ ਕੀ ਹੋਊਗਾ। ਉਹ ਵੀ ਤੁਸੀਂ ਬੜੇ ਵਿਸਤਾਰ ਨਾਲ, ਬੜੇ ਪਿਆਰ ਨਾਲ ਔਰ ਬੜੇ ਹੀ ਧੀਮੇ ਨਾਲ ਦੱਸਿਆ। ਤੇ ਮੈਂ ਕਹਿੰਦਾ ਵੀ ਜਾਂਦੇ ਜਾਂਦੇ ਆਪਣੇ ਥੋੜੇ ਕਿੱਤੇ ਬਾਰੇ, ਆਪਣਾ ਨੰਬਰ, ਆਪਣਾ ਪ੍ਰੋਪਰ ਨਾਂ ਜ਼ਿੰਦਾਬਾਦ ਦੇ ਦਰਸ਼ਕਾਂ ਨਾਲ ਦੱਸ ਕੇ ਜਾਓ ਵੀ ਆਪਾਂ ਕੀ ਵੀ ਇਹ ਰਲ ਮਿਲ ਕੇ ਵਧਣਾ ਸਾਰਿਆਂ ਨੇ। ਹਾਂਜੀ, ਕੁਛ ਤੁਹਾਡੀਆਂ, ਕੁਛ ਸਾਡੀਆਂ, ਕੁਛ ਇਹਨਾਂ ਦੀਆਂ। ਜੀ ਥੈਂਕ ਯੂ ਮੇਜਰ ਬਾਈ ਜੀ, ਪਹਿਲਾਂ ਤਾਂ ਤੁਸੀਂ ਮੈਨੂੰ ਮੌਕਾ ਦਿੱਤਾ, ਨਾਲੇ ਆਪਣੀ ਟੀਮ ਦੇ ਨਾਲ ਜੋੜਿਆ, ਤੇ ਵਾਹਿਗੁਰੂ ਕਰੇ ਵੀ ਇਹ ਚੈਨਲ ਆਪਣਾ ਜਿਹੜਾ ਹੈਗਾ ਵੀ ਇਦਾਂ ਹੀ ਆਪਣੀ ਇਨਸਾਨੀਅਤ ਦੀ ਸੇਵਾ, ਕਿਉਂਕਿ ਤੁਹਾਡੀ ਜਿਹੜੀ ਨੇਚਰ ਆ ਨੇ ਜੀ ਆਫ ਦਾ ਏਅਰ, ਮੈਂ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀਗਾ ਕਿ ਜਿੱਦਾਂ ਦਾ ਤੁਸੀਂ ਆਫ ਦਾ ਏਅਰ ਹੋ ਉਹੀ ਤੁਸੀਂ ਕੈਮਰੇ ਤੇ ਹੋ, ਪੂਰਾ ਗੜਕ ਤੇ ਪੂਰੀ ਹਲੀਮੀ, ਡਾਊਨ ਟੂ ਅਰਥ। ਐਂਡ ਥੈਂਕ ਯੂ ਤੁਸੀਂ ਮੈਨੂੰ ਮੇਰੇ ਪ੍ਰੋਫੈਸ਼ਨ ਬਾਰੇ ਜੋ ਦਰਸ਼ਕਾਂ ਨਾਲ ਥੋੜਾ ਜਿਹਾ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਜੀ। ਵਿਲੀਅਮਜੀਤ ਬਸਰਾ ਮੇਰਾ ਨਾਮ ਹੈ ਜੀ। ਪਿਛਲੇ 8 ਸਾਲ ਤੋਂ ਮੈਂ ਟੋਰਾਂਟੋ ਏਰੀਆ ਦੇ ਵਿੱਚ ਤੇ GTA ਤੋਂ ਬਾਹਰ ਵੀ ਰੀਅਲ ਸਟੇਟ ਬ੍ਰੋਕਰ ਦੇ ਤੌਰ ਤੇ ਆਪਣੀ ਰੋਟੀ ਰੋਜੀ ਚਲਾ ਰਿਹਾ, ਤੇ ਇਹਨੂੰ ਮੈਂ ਨਾਲ ਇਹ ਸਰਵਿਸ ਦਾ ਇੱਕ ਪਾਰਟ ਹੁੰਦਾ ਜੀ। 416 648 29 21 416 648 2921 ਆਈਪਰੋ ਰੈਲਟੀ ਦੇ ਨਾਲ। ਕਿਸੇ ਤਰ੍ਹਾਂ ਦਾ ਵੀ ਅੱਜ ਦੇ ਟੌਪਿਕ ਦੇ ਉੱਪਰ ਜਾਂ ਇਸ ਟੌਪਿਕ ਤੋਂ ਹਟ ਕੇ ਰੀਅਲ ਸਟੇਟ ਨਾਲ ਰਿਲੇਟਡ ਕੋਈ ਵੀ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਚਾਹੇ ਤੁਸੀਂ ਕਿਸੇ ਦੇ ਨਾਲ ਅਟੈਚ ਵੀ ਹੈਗੇ ਹੋ ਸਿਰਫ ਇੱਕ ਨੌਲੇਜ ਦੇ ਤੌਰ ਤੇ ਵੀ, ਤਾਂ ਵੀ ਤੁਸੀਂ ਮੈਨੂੰ ਮੇਰੇ ਸੈੱਲ ਤੇ ਕਦੇ ਵੀ ਕਾਲ ਕਰ ਸਕਦੇ ਹੋ ਜੀ। ਮੇਜਰ ਬਾਈ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੌਕਾ ਦਿੱਤਾ, ਕਿਉਂਕਿ ਇਹ ਟੌਪਿਕ ਮੇਰਾ ਦਿਲ ਕਰਦਾ ਸੀਗਾ ਕਿ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਜਾਵੇ। ਬਿਲਕੁਲ ਸੋ ਮਚ, ਤੇ ਤੁਹਾਡਾ ਧੰਨਵਾਦ ਕਰਦਾ ਮੈਂ, ਤੁਸੀਂ ਸਟੂਡੀਓ 'ਚ ਆਏ ਆ, ਤੇ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ। ਤੇ ਸਾਡੇ ਵੱਲੋਂ ਵੀ ਖੁਸ਼ ਰਹੋ, ਆਬਾਦ ਰਹੋ, ਤੇ ਸਾਰੇ ਜ਼ਿੰਦਾਬਾਦ ਰਹੋ, ਤੇ ਦੇਖਦੇ ਰਹੋ ਆਪਣਾ TV ਜ਼ਿੰਦਾਬਾਦ। ਮੇਰੇ ਵੱਲੋਂ ਸਤਿ ਸ੍ਰੀ ਅਕਾਲ।